वाहेगुरु जी का खालसा वाहेगुरु जी की फतेह। साहिबां दी पावन गोद विच दूर दुराडे चल करके पिछले पहर दे दीवाना का आनंद माण रहे हो। आओ जिन्ना भी समा सतगुरां दी दया नाल प्राप्त हो रही है, इनू सफला बनाइए। कल के प्रकरणा विच आप जी ने सरवण किया, सतगुरां दे प्रगट होने तो पहला राय भोई दी तलवंडी दा मंजर कैसा हो गया। एकदम लोकां दे विच भाईचारा जाग गया। आए गए की बड़ी सेवा करते हैं, बेटियां दी वंश जिन्ना शस्त्र विद्या नूं त्याग दिता है, आम जिमींदार करते हैं। उसे वंश दे विच एक धर्मात्मा पैदा हुए जिन्हां दा नाम है शिवराम। बड़ी त्याग दी मूर्त ने, निरलालच ने, परमात्मा दे प्यार विच भिजे रहिंदे। जवानी पहरे विआह होया है बीबी बनारसी दे नाल। काफी देर तक घर परिवार विच कोई पुत्र नहीं। परमेश्वर परमात्मा दे सन्मुख जोदरियां कीतियां, दो पुत्रां दा जन्म कारज होया। बड़े कल्याण चंद, छोटे लाल चंद, जिन्हां नूं कालू जी अते लालू जी दे नाम नाल आम जाणिया जांदा। पिता दे आग्याकार ने जप तप व्रत पूजा चारे कर्मां नूं दृढ़ करदे ने सनातन मत दे अनुसार, क्योंकि उदों इन्हां दा धर्म सनातन सी, सिੱਖੀ ਦਾ आगाज नहीं होया। इन्हां सारे प्रसंगां नूं बड़े विस्तार सहित आप जी ने सरवण कीता। आओ सुरत करके चलिए ननकाना साहिब दी पावन धरती ते। प्रेम दी पाओ सांझ, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। प्रेम डोर सो करें अकरणी, कीरत बिमल वेद इम बरणी। जिस वेले शिव राम जी दे घर दे विच दो पुत्रां दा जन्म होया, बीबी बनारसी दी कुखों, दोने पुत्रां दे सुभाअ दे विच बखरीवा है। बड़े सुपुत्र कल्याण चंद, जिन्हां नूं कल्याण दास दे नाम नाल भी जानिया जांदा है। छोटे लाल चंद लालू जी। बेशक सुभावां दे विच फर्क है, पर निजम इक्को ही है।
ਮਾਂ ਬਾਪ ਧਰਮਾਤਮਾ ਨੇ, ਸਾਧੂ ਸੁਭਾਅ ਨੇ, ਧੀ ਪੁੱਤ ਵੀ ਕਹਿੰਦੇ ਬੰਦਗੀ ਕਰਦੇ ਆ, ਜਪ ਤਪ ਕਰਦੇ ਆ। ਉਹਨਾਂ ਸਮਿਆਂ ਦਾ ਜੋ ਜੋ ਦ੍ਰਿੜ ਕਰਾਇਆ ਜਾਂਦਾ ਸੀ ਕਰਦੇ ਸੀ। ਪੂਜਾ ਕਰਨੀ, ਤਪੱਸਿਆ ਕਰਨੀ, ਵਰਤ ਰੱਖਣੇ, ਬਚਪਨ ਦੇ ਵਿੱਚੋਂ ਹੀ ਸਭ ਕੁਝ ਪਰਿਵਾਰ ਵਿੱਚੋਂ ਪ੍ਰਾਪਤ ਹੋਇਆ ਹੈ, ਕਰਦੇ ਰਹੇ। ਕਲਿਆਣ ਦਾਸ, ਕਲਿਆਣ ਸੁਭਾਅ ਦੇ ਗਰਮ, ਛੇਤੀ ਗੁੱਸਾ ਆ ਜਾਂਦਾ ਤੇ ਛੇਤੀ ਠੰਡੇ ਹੋ ਜਾਂਦੇ। ਹਰ ਚੀਜ਼ ਦਾ, ਚੰਗੇ ਮਾੜੇ ਦਾ ਫੈਸਲਾ ਪਲਾਂ 'ਚ ਹੀ ਕਰ ਲੈਂਦੇ ਨੇ। ਤੇ ਲਾਲ ਚੰਦ ਜੀ, ਲਾਲੂ ਜੀ ਬੜੇ ਸ਼ਾਂਤ ਸੁਭਾਅ ਦੇ ਆ। ਨੁਕਸਾਨ ਹੋ ਜਾਂਦਾ ਤਾਂ ਵੀ ਚੁੱਪ ਰਹਿੰਦੇ ਆ। ਕੋਈ ਚੰਗਾ ਮਾੜਾ ਕਹਿ ਜਾਵੇ ਤਾਂ ਵੀ ਬਹੁਤਾ ਨਹੀਂ ਬੋਲਦੇ। ਪਰ ਕਾਲੂ ਜੀ ਤੋਂ ਕੁਝ ਵੀ ਬਰਦਾਸ਼ਤ ਨਹੀਂ ਹੁੰਦਾ। ਬਚਪਨ ਤੋਂ ਹੀ ਸੁਭਾਅ ਬਣ ਗਿਆ ਮਿਹਨਤ ਕਰਨ ਦਾ, ਹੱਡ ਤੋੜ ਵੀ ਮਿਹਨਤ ਕਰਦੇ ਆ। ਕਮੀ ਘਰ ਪਰਿਵਾਰ ਵਿੱਚ ਕੋਈ ਨਹੀਂ। ਹੁਣ ਜਪ ਤਪ ਵੀ ਬੜਾ ਹੈ, ਬੰਦਗੀ ਬੜੀ ਹੈ। ਜਵਾਨੀ ਦਾ ਸਮਾਂ ਹੈ। ਪਿਤਾ ਸ਼ਿਵਰਾਮ ਸੋਚਦੇ ਆ ਪੁੱਤਰਾਂ ਨੂੰ ਵਿਆਹ ਦਿੱਤਾ ਜਾਏ। ਵਿਆਹਣ ਦੀ ਉਮਰ ਹੋ ਗਈ ਹੈ। ਆਦਿਤੇ ਕਛਯਪ ਕੀ ਜਿਮ ਧਮ, ਉਪਜਤ ਭਏ ਅਪਿੰਦਰ ਨਾਮਾ। ਕਹਿੰਦੇ ਏਦਾਂ ਅਵਤਾਰ ਹੋਇਆ, ਜਨਮ ਹੋਇਆ ਕਲਿਆਣ ਚੰਦ ਜੀ ਦਾ। ਕਵੀ ਜੀ ਦ੍ਰਿਸ਼ਟਾਂਤ ਦੇ ਰਹੇ ਆ, ਭਾਈ ਬਾਲਾ ਦੀ ਇਸ ਕਥਾ ਨੂੰ ਸੁਣਾ ਰਹੇ ਨੇ। ਜਿਵੇਂ ਕਸ਼ਯਪ ਰਿਸ਼ੀ, ਉਹਦੀ ਪਤਨੀ ਜਿਹਦਾ ਨਾਮ ਹੈ ਅਦਿਤੀ, ਇਹ ਪੁਰਾਤਨ ਸਰੋਤ ਨੇ। ਇਹਨਾਂ ਦੇ ਘਰ ਦੇ ਵਿੱਚ ਜਨਮ ਹੋਇਆ ਬੱਚੇ ਦਾ, ਜਿਹਦਾ ਕੱਦ ਸਿਰਫ 52 ਉਂਗਲਾਂ ਸੀ। ਇੰਨਾ ਛੋਟਾ ਬੱਚਾ। ਤੇ ਜੇ ਅੱਜ ਦੇ ਸਮੇਂ ਹੁੰਦਾ ਤੇ ਗਿਨੀਜ਼ ਬੁੱਕ ਵਾਲਿਆਂ ਭੱਜੇ ਫਿਰਨਾ ਸੀ ਵੀ ਦੁਨੀਆ ਦੀ ਸਭ ਤੋਂ ਛੋਟੀ ਹਾਈਟ ਕਿਹਦੀ। ਪਰ ਉਹ ਆਮ ਨਹੀਂ ਸੀ, ਉਹ ਸੀ 52 ਅਵਤਾਰ, ਕਸ਼ਯਪ ਤੇ ਅਦਿਤੀ ਦਾ ਪੁੱਤਰ। ਪਿਤਾ ਸ਼ਿਵਰਾਮ ਆਪਣੇ ਇਹਨਾਂ ਪੁੱਤਰਾਂ ਨੂੰ 52 ਅਵਤਾਰ ਦੇ ਵਾਂਗ ਮੰਨਦੇ ਸੀ। ਕਹਿੰਦੇ ਮੇਰੇ ਪੁੱਤ ਮੇਰੇ ਲਈ ਅਵਤਾਰ ਨੇ, ਕਿਉਂਕਿ ਇੱਕ ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਦੂਜਾ ਸਾਧੂ ਸੁਭਾਅ ਸੀ। ਉਲਾਂਭਾ ਕੋਈ ਨਹੀਂ। ਸ਼ਿਵਰਾਮ ਆਪ ਚੁੱਪਚਾਪ ਰਹਿੰਦੇ ਆ, ਬਹੁਤਾ ਬੋਲਦੇ ਨਹੀਂ। ਉਹਨਾਂ ਬਾਰੇ ਬਹੁਤਾ ਨਹੀਂ ਮਿਲਦਾ। ਜਦ ਵੀ ਇਤਿਹਾਸ ਦੇ ਸਰੋਤਾਂ ਨੂੰ ਖੋਲ ਕੇ ਵੇਖੀਏ, ਸ਼ਿਵਰਾਮ ਦੇ ਸੁਭਾਅ ਬਾਰੇ ਜੇਕਰ ਆਉਂਦਾ ਹੈ, ਕਹਿੰਦੇ ਧਰਮੀ ਪੁਰਸ਼ ਸਨ, ਚੁੱਪ ਰਹਿੰਦੇ ਸੀ। ਬਹੁਤਾ ਰੌਲਾ ਨਹੀਂ ਪਾਉਂਦੇ, ਬਹੁਤਾ ਬੋਲਦੇ ਨਹੀਂ, ਆਪਾਂ ਨਹੀਂ ਬੋਲਦੇ। ਹੁਣ ਦੋਨੇ ਪੁੱਤਰਾਂ ਦੇ ਵਿਆਹ ਬਾਰੇ ਮਨ ਵਿੱਚ ਖਿਆਲ ਆਉਂਦੇ ਆ। ਬੜੇ ਰਿਸ਼ਤੇ ਆਏ ਜੀ, ਕਿਉਂਕਿ ਬੇਦੀਆਂ ਦੀ ਵੰਸ਼ ਹੈ, ਵੱਡਾ ਪਰਿਵਾਰ ਹੈ, ਦਾਨਿਸ਼ਵੰਦ ਨੇ। ਹਰ ਕੋਈ ਸੋਚਦਾ ਹੈ ਜੇ ਸਾਡੇ ਪਰਿਵਾਰ ਦਾ ਨਾਤਾ ਜੁੜ ਜੇ। ਪਰ ਉਹਨਾਂ ਸਮਿਆਂ ਦੇ ਲੋਕ ਬੜੇ ਭੋਲੇ ਭਾਲੇ ਸੀ। ਅੱਜ ਵਰਗਾ ਕੰਮ ਨਹੀਂ ਵੀ 50-50 ਰਿਸ਼ਤੇ ਦੇਖ ਕੇ ਵੀ ਛੱਡ ਜਾਣਾ ਵੀ ਨਹੀਂ। ਜਿੱਥੇ ਮਾਂ-ਬਾਪ ਚਾਹੁੰਦੇ ਉੱਥੇ ਬੱਚੇ ਨਹੀਂ ਚਾਹੁੰਦੇ, ਜਿੱਥੇ ਬੱਚੇ ਚਾਹੁੰਦੇ ਉੱਥੇ ਮਾਪੇ ਨਹੀਂ ਮੰਨਦੇ। ਪੁਰਾਣੇ ਸਮੇਂ ਵਿੱਚ ਇਹ ਗੱਲਾਂ ਤੇ ਕਿਸੇ ਦੀ ਸੋਚ ਵਿੱਚ ਵੀ ਨਹੀਂ ਸੀ। ਜਿੱਥੇ ਮਾਂ-ਬਾਪ ਨੇ ਵੀ ਦੇਖਣਾ ਨਹੀਂ, ਪੰਡਤ ਨੇ ਜਾ ਕੇ ਰਿਸ਼ਤਾ ਕਰਤਾ ਨਾ 1 ਰੁਪਈਆ ਬਣਾ ਕੇ, ਉੱਥੇ ਵੱਡੇ ਵੱਡੇ ਪਰਿਵਾਰਾਂ ਦੇ ਨਾਤੇ ਜੁੜਦੇ ਸੀ। ਅੱਜ ਰਿਸ਼ਤੇਦਾਰਾਂ ਦੀ ਗੱਲ ਛੱਡੋ, ਪਰਿਵਾਰਾਂ ਦੀ ਛੱਡੋ, ਵਿਚੋਲਿਆਂ ਦੀ ਛੱਡੋ, ਜਿਹੜੇ ਰਿਸ਼ਤੇ ਆਪ ਸਹੇੜੇ ਨੇ ਉਹ ਵੀ ਹਾਈ ਕੋਰਟ ਘੁੰਮਦੇ ਆ। ਖੁਦਾ ਦਾ ਨਾਮ, ਉਹਨਾਂ ਦੇ ਵੀ ਹਾਲ ਆਹੀ ਨੇ। ਪੁਰਾਣੀਆਂ ਸੰਗਾਂ ਸ਼ਰਮਾਂ ਲੋਕਾਂ 'ਚ ਨਹੀਂ ਰਹੀਆਂ। ਜ਼ਮਾਨੇ ਭਲੇ ਸੀ, ਰਿਸ਼ਤਿਆਂ ਦੀਆਂ ਕਦਰਾਂ ਸਨ। ਕਹਿੰਦੇ ਜਿਸ ਵੇਲੇ ਕਈ ਵਾਰ ਗੱਲਾਂ ਹੋਣੀਆਂ, ਸ਼ਿਵਰਾਮ ਜੀ ਨੇ ਸਿੱਧਾ ਹੀ ਕਹਿਤਾ ਪੰਡਤ ਨੂੰ, ਕਹਿੰਦੇ ਰਿਸ਼ਤਾ ਵੇਖ ਲਈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਵੀ ਤੇ ਇਸੇ ਤਰ੍ਹਾਂ ਹੀ ਕਰਕੇ ਆਏ ਸੀ ਪੰਡਤ। ਜਦੋਂ ਚੰਦੂ ਦੇ ਪੰਡਤ ਆਏ ਨਾ ਚੱਲ ਕੇ, ਉਹਨਾਂ ਰਿਸ਼ਤਾ ਤੈਅ ਕਰਤਾ ਗੁਰੂ ਘਰ ਵੇਖ ਕੇ। ਨਾ ਲੜਕੀ ਨੇ ਲੜਕਾ ਵੇਖਿਆ, ਨਾ ਲੜਕੀ ਨੇ ਲੜਕੀ। ਉਹ ਸੀਆਂ ਰੱਬ ਦੀਆਂ ਬਣਾਈਆਂ ਜੋੜੀਆਂ। ਤੇ ਅੱਜ ਕੱਲ੍ਹ ਇੱਕ ਟਰੈਂਡ ਚੱਲਦਾ, ਜਦੋਂ ਨਾ ਕੋਈ ਕਲੇਸ਼ ਹੋ ਜੇ ਲੋਕੀ ਪਤਾ ਕੀ ਕਹਿੰਦੇ ਆ, ਕੀ ਕਰੀਏ ਜੀ, ਇਹ ਤੇ ਧੁਰੋਂ ਦਰਗਾਹ ਤੋਂ ਮੇਲ ਹੋਏ ਸੀ, ਕਹਿੰਦੇ ਆ ਨਾ, ਫੜ ਲਿਆ ਕਰੋ ਉੱਥੇ ਜਿਹੜਾ ਇਹ ਗੱਲਾਂ ਕਰਦੇ। ਕਿਉਂ? ਉਹ ਕਿਹੜਾ ਰੱਬ ਹੈ ਜੀ ਜਿਹੜਾ ਜੱਟਾਂ ਦੀ ਕੁੜੀ ਜੱਟਾਂ ਦੇ ਘਰ ਵਿਆਹੁੰਦਾ? ਉਹ ਕਿਹੜਾ ਰੱਬ ਹੈ ਜਿਹਨੇ ਲਿਖਿਆ ਵੀ ਸੈਣੀਆਂ ਦੀ ਧੀ ਸੈਣੀਆਂ ਦੇ ਘਰੇ ਜਾਊ? ਇਹਦਾ ਮਤਲਬ ਰੱਬ ਇੱਥੇ ਤੇ ਬਾਣੀ ਵਿੱਚ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਲੋ।
ਜਦੋਂ ਜੋੜੀਆਂ ਬਣਾਉਣ ਤੇ ਰੱਬ ਆਉਂਦਾ ਉਹ ਕਹਿੰਦਾ ਨਾ ਬਈ ਨਾ, ਜਾਤ ਤੋਂ ਬਾਹਰ ਮੈਂ ਜੋੜੀ ਨਹੀਂ ਬਣਾ ਸਕਦਾ। ਕਿਸ ਰੱਬ ਨੇ ਲਿਖਿਆ ਹੈ? ਜੋੜੀਆਂ ਕਿਹਨੇ ਬਣਾਈਆਂ? ਵਿਚੋਲਿਆਂ ਨੇ, ਪਰਿਵਾਰ ਨੇ। ਪਕੌੜੇ ਕਿਹਨੇ ਖਾਧੇ? ਆਪਾਂ। ਛਾਪਾਂ ਮੁੰਦੀਆਂ ਕਿਹਨੇ ਪਵਾਈਆਂ? ਵਿਚੋਲਿਆਂ ਨੇ। ਤੇ ਜੇ ਹੋ ਗਈ ਗੜਬੜ ਫਿਰ ਪਤਾ ਕੀ ਕਹਿੰਦੇ ਆ? ਬਸ ਜੀ ਧੁਰ ਦਰਗਾਹੋ ਸੰਜੋਗ ਨੇ, ਮਤਲਬ ਉਹ ਮਾੜੇ ਹੀ ਲਿਖਦਾ ਖੁਸਾ ਦਾ ਨਾਮ। ਤੇ ਜਿਹੜੇ ਪਕੌੜੇ ਤੂੰ ਹਜਮ ਕਰਕੇ ਆ ਗਏ ਆ ਉਹ ਚੰਗੇ ਸੀ। ਪਰਮਾਤਮਾ ਨੇ ਕੋਈ ਜਾਤ ਪਾਤ ਦਾ ਰੌਲਾ ਨਹੀਂ ਸੀ ਪਾਇਆ। ਜਾਤਾਂ ਪਾਤਾਂ ਦੇ ਰਿਸ਼ਤੇ ਕੇਵਲ ਬੰਦੇ ਨੇ ਜੋੜੇ ਨੇ। ਜਦ ਰਿਸ਼ਤੇ ਦੇ ਵਿੱਚ ਕੋਈ ਵਿਵਾਦ ਪੈਦਾ ਹੋ ਜੇ ਤੇ ਫਿਰ ਕਹਿੰਦੇ ਆ ਜੀ ਚਲੋ ਹੁਣ ਤੇ ਬਰਦਾਸ਼ਤ ਹੀ ਕਰਨਾ ਪੈਣਾ ਹੈ, ਕਿਉਂਕਿ ਰੱਬ ਨੇ ਸੰਜੋਗ ਲਿਖਤੇ ਜੀ। ਉਹ ਕਦੇ ਮਾੜੇ ਸੰਜੋਗ ਨਹੀਂ ਲਿਖਦਾ, ਕਦੇ ਨਹੀਂ ਲਿਖਦਾ। ਹੁਣ ਆਪਾਂ ਕਹਾਂਗੇ ਸੰਜੋਗ ਨਹੀਂ। ਪਿਆਰਿਓ, ਕਦੇ ਸੰਜੋਗਾਂ ਦੇ ਬਾਬਤ ਬਾਣੀ ਪੜ੍ਹ ਕੇ ਵੇਖਿਓ, ਪੁਰਾਤਨ ਸਰੋਤ ਪੜ੍ਹ ਕੇ ਵੇਖਿਓ। ਸੰਜੋਗ ਉਦੋਂ ਹੁੰਦੇ ਸੀ ਜਦ ਕੋਈ ਆਮ ਬੰਦਾ ਰਿਸ਼ਤਾ ਤੈਅ ਕਰ ਆਉਂਦਾ ਸੀ। ਮੁੰਡੇ ਨੂੰ ਨਹੀਂ ਪਤਾ ਕੁੜੀ ਕਿੱਥੇ ਦੀ ਵਸਣ ਵਾਲੀ ਹੈ, ਇਹਨੂੰ ਸੰਜੋਗ ਕਹਿੰਦੇ ਆ। ਮਾਂ ਬਾਪ ਨੇ ਧੀ ਨਹੀਂ ਵੇਖੀ, ਧੀ ਵਾਲਿਆਂ ਨੇ ਪੁੱਤ ਨਹੀਂ ਵੇਖਿਆ, ਤੇ ਤੀਜੇ ਚੌਥੇ ਨੇ ਵੇਚਾ ਕੇ ਰੁਪਈਆ ਫੜਾਤਾ, ਕਹਿੰਦੇ ਜੀ ਬਸ ਹੁਣ ਤੇ ਵਿਆਹ ਵਾਲੇ ਦਿਨ ਹੀ ਮਿਲਾਂਗੇ। ਉਹਨੂੰ ਸੰਜੋਗ ਕਹਿੰਦੇ ਆ। ਖੁਸਾ ਦਾ ਨਾਮ। 20 ਰਿਸ਼ਤੇ ਰਿਜੈਕਟ ਕਰਕੇ ਤੁਸੀਂ ਕਿਹੜੇ ਸੰਜੋਗਾਂ ਦੀ ਗੱਲ ਕਰਦੇ ਹੋ ਵੀ ਰੱਬ ਨੇ ਬਣਾਏ ਆ? ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਅਸੀਂ ਗਲਤ ਪਾਸੇ ਲੈ ਕੇ ਯੂਜ਼ ਕੀਤਾ ਤੇ ਉਸ ਪਰਮਾਤਮਾ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ। ਰਿਸ਼ਤਾ ਵਧੀਆ ਹੋ ਗਿਆ, ਸਾਡੀ ਨੂੰਹ ਚੰਗੀ, ਸਾਡਾ ਪੁੱਤ ਚੰਗਾ। ਜਿੱਦਣ ਵੱਧ ਘੱਟ ਬੋਲਦੀ ਆ ਉਦਣ ਕਹਿੰਦੇ ਬਸ ਜੀ ਰੱਬ ਨੇ ਸਾਡੇ ਆ ਕਲਮੂ ਹੀ ਮੱਥੇ ਲਾਈ ਹੈ। ਫਿਰ ਏਦਾਂ ਬੋਲਦੇ ਆ ਲੋਕ। ਕਿਸੇ ਦਾ ਕਸੂਰ ਨਹੀਂ ਹੈ, ਇਹ ਆਪ ਹੀ ਵੇਖਿਆ ਸੀ ਜਾ ਕੇ ਵੀ ਮੁੰਡੇ ਕੋਲ ਜ਼ਮੀਨ ਕਿੰਨੀ ਹੈ, ਮੁੰਡੇ ਕੋਲ ਗੱਡੀ ਕਿਹੜੀ ਹੈ, ਨੌਕਰੀ ਕਿਹੜੀ ਹੈ। ਤੇ ਜੇ ਅੱਜ ਵਾਧਾ ਘਾਟਾ ਹੋ ਗਿਆ ਕਹਿੰਦੇ ਬਸ ਕਿਸਮਤ ਹੈ। ਕਿਹਨੇ ਬਣਾਈ ਹੈ? ਇਹ ਸਭ ਤੇਰੇ ਪੁਆੜੇ ਆ ਬੰਦਿਆ, ਤੂੰ ਕੀਤਾ ਹੋਇਆ। ਤੇ ਜੇ ਉਹ ਸੰਜੋਗ ਸੀ ਫਿਰ ਤਲਾਕ ਕਾਹਤੋਂ ਹੋ ਗਈ? ਦੱਸੋ ਫਿਰ। ਜੇ ਸੱਚਮੁੱਚ ਉਹ ਰੱਬ ਨੇ ਸੰਜੋਗ ਲਿਖਿਆ ਹੈ ਤੇ ਜਿਨ੍ਹਾਂ ਦੇ 2-2 3-3 ਵਿਆਹ ਹੋ ਜਾਂਦੇ, ਮਤਲਬ ਫਿਰ ਸੰਜੋਗ ਉਹਨੇ ਗਲਤ ਲਿਖਦੇ, ਕਲਮ ਗਲਤ ਚਲਾਤੀ ਹੋਣੀ ਵੀ ਚੰਗਾ ਬੀਬਾ ਤੇਰੀ ਕਿਸਮਤ ਵਿੱਚ 3 ਵਿਆਹ, ਚੰਗਾ ਵੇ ਭਾਈ ਤੇਰੀ ਕਿਸਮਤ ਵਿੱਚ 4 ਵਿਆਹ। ਮਤਲਬ ਫਿਰ ਰੱਬ ਭੁੱਲ ਗਿਆ ਲਿਖਦਾ ਹੋਇਆ। ਇਹ ਬੰਦੇ ਦੀਆਂ ਗਲਤੀਆਂ ਨੇ, ਪਰ ਬੰਦਾ ਮੰਨਦਾ ਨਹੀਂ ਹੈ। ਪਰਮਾਤਮਾ ਨੇ ਜਿਹੜੇ ਸੰਜੋਗ ਬਣਾਏ ਉਹ ਸਹਿਜ ਸੁਭਾਅ ਪਤਾ ਹੀ ਨਹੀਂ ਲੱਗਦਾ, ਉਹਨੂੰ ਸੰਜੋਗ ਕਹਿੰਦੇ ਆ। ਵੀ ਜਿਹੜੇ ਧੁਰ ਦਰਗਾਹ ਤੋਂ ਸੀ ਨਾ, ਉਹ ਬਿਨਾਂ ਸੋਚੇ ਸਮਝੇ ਪ੍ਰਾਪਤ ਹੋ ਗਏ। ਗੁਰੂ ਸਾਹਿਬ ਵੇਲੇ ਜਿਹਨੇ ਰਿਸ਼ਤੇ ਹੁੰਦੇ ਸੀ, ਇਹ ਉਦੋਂ ਗੁਰਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਦਰਜ ਕੀਤਾ। ਇਹ ਅੱਜ ਵੀ ਸੱਚ ਹੈ। ਸੰਜੋਗ ਵਿਜੋਗ ਧਰੋ ਹੀ ਹੁਆ। ਇਹ ਧੁਰ ਦਰਗਾਹ ਤੋਂ ਸੀ। ਆ ਪਕੌੜੇ ਪਨੀਰ ਵਾਲੇ ਰਿਸ਼ਤੇ ਨਹੀਂ ਅੱਜ ਕੱਲ੍ਹ ਵਾਲੇ, ਜਿਵੇਂ ਉਹ ਠੰਡੇ ਹੋ ਗਏ ਤੇ ਰਿਸ਼ਤੇ ਠੰਡੇ ਹੋ ਗਏ। ਤੇ ਬੰਦਾ ਆਪਣਾ ਆਪ ਬਚਾਉਣ ਵਾਸਤੇ ਰੱਬ ਤੇ ਸੁੱਟਦਾ ਲਿਆ ਕੇ, ਕਹਿੰਦੇ ਰੱਬ ਨੇ ਕਰਤਾ ਸਾਰਾ ਕੁਛ, ਵੀ ਜੇ ਚੰਗਾ ਹੋਇਆ ਤੇ ਅਸੀਂ ਕੀਤਾ। ਕਹਿੰਦੇ ਉਦੋਂ ਪੰਡਤਾਂ ਨੇ ਵੇਖਿਆ, ਪੰਡਤ ਵਿਦਵਾਨ ਸਿਆਣੇ ਲੋਕ, ਅੱਗੇ ਕੁੱਲ ਦੇ ਪੰਡਤ ਹੁੰਦੇ ਸੀ, ਕੁੱਲ ਪ੍ਰੋਹਤ, ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਵੀ ਪੰਡਤ ਜੀ ਤੁਸੀਂ ਜੋ ਕਰੋਗੇ ਸਾਨੂੰ ਮਨਜ਼ੂਰ ਹੈ। ਮੈਂ ਕਹਿੰਦਾ ਅੱਜ ਪਿਓ ਰਿਸ਼ਤਾ ਦੇ ਕੇ ਆਵੇ, ਧੀ ਕਹਿੰਦੀ ਪਾਪਾ ਨੋ, ਇਹ ਨਹੀਂ, ਮੈਂ ਤੇ ਵਿਆਹ ਹੀ ਨਹੀਂ ਕਰਾਉਣਾ। ਅਗਲਾ ਵੀ ਸੋਚਦਾ ਹੈ ਵੀ ਕਰੀਏ ਕੀ, ਚੱਲ ਭਾਈ ਫਿਰ ਜਿੱਥੇ ਕਹਿੰਦੇ ਕਰਦੇ ਹੋ। ਪੱਥਰ ਆ ਨਾ ਦਿਲ ਤੇ 5 ਸਾਲਾਂ ਬਾਅਦ ਲੋਕੀ ਕਹਿੰਦੇ ਰੱਬ ਦੀਆਂ ਜੋੜੀਆਂ ਬਣਾਈਆਂ ਨੇ। ਕੌਣ ਕਹਿੰਦਾ ਰੱਬ ਦੀਆਂ? ਭਾਈ ਇਹ ਕੋਰਟ ਕਚਹਿਰੀਆਂ ਨੇ ਬਣਾਈਆਂ ਨੇ, ਆਖੋ ਸਾਡਾ ਨਾਮ, ਤੇ ਟੁੱਟ ਵੀ ਜਾਂਦੀਆਂ ਨੇ। ਰੱਬ ਦੇ ਬਣਾਏ ਹੋਏ ਸੰਜੋਗ ਕਦੇ ਪੜ੍ਹ ਕੇ ਤੇ ਵੇਖੋ। ਗੱਲਾਂ ਸੀ ਉਹੀ ਚੱਕੀਆਂ ਹੋਈਆਂ ਨੇ, ਨਿਯਮ ਸਾਰੇ ਬਦਲਦੇ, ਪਰ ਸਟੈਂਪ ਉਹੀ ਰੱਖਣੀ ਸੰਜੋਗਾਂ ਦੀ। ਜਿਨ੍ਹਾਂ ਦੇ ਸੰਜੋਗ ਅੱਜ ਵੀ ਸਤਿਗੁਰ ਬਣਾਉਂਦੇ ਆ, ਧੁਰ ਦਰਗਾਹ ਤੋਂ ਹੁੰਦੇ ਆ। ਬਾਣੀ ਪੜ੍ਹੋ। ਮਰਦ ਕਹਿੰਦੇ ਭਾਈ ਗੁਰਮੁਖ ਵਿਆਹਣ ਆਇਆ। ਕੋਈ ਗੁਰਮੁਖ ਹੈ ਸਾਡੇ ਚੋਂ? ਸ਼ਬਦ ਤੇ ਗਾ ਦਈਦਾ, ਦਾੜੀਆਂ ਕੱਟੀਆਂ ਨੇ, ਦਾਰੂ ਪੀ ਕੇ ਆਏ ਤੇ ਪੀ ਕੇ ਜਾਣਗੇ। ਗੁਰਮੁਖ ਵਾਹ, ਚਲੋ ਮਜਬੂਰੀ ਆ ਸਾਡੀ, ਕਹਿਣਾ ਪੈਂਦਾ। ਪਰ ਅਸੀਂ ਕੌਣ ਆ? ਬਿਰਤੀ ਕੀ ਹੈ? ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਬੇਸ਼ੱਕ ਸਨਾਤਨ ਮੱਤ ਦਾ ਰੋਲ ਹੈ, ਉਹਦਾ ਪ੍ਰਭਾਵ ਹੈ, ਸਿੱਖ ਧਰਮ ਦੀ ਉਪਜ ਨਹੀਂ ਹੋਈ, ਪਰ ਲੋਕ ਰਿਸ਼ਤਿਆਂ ਪ੍ਰਤੀ ਬੜੇ ਵੱਡੇ ਵਫਾਦਾਰ ਸੀ। ਪੰਡਤ ਦਾ ਏਡਾ ਸਤਿਕਾਰ ਹੁੰਦਾ ਸੀ ਇਲਾਕੇ 'ਚ। ਕਹਿੰਦੇ ਕੁੱਲ ਪ੍ਰੋਹਤ ਹੈ, ਜਿੱਥੇ ਨਾਤਾ ਜੋੜਿਆ ਆਇਆ ਸੋ ਜੋੜ ਆਇਆ, ਉਹ ਕਦੇ ਤੋੜਿਆ ਟੁੱਟਦੇ ਨਹੀਂ। ਅਸ ਧਰ ਅਸੁਰ ਬਿਨਾਸੀ,
ਭਇਓ ਨਿਰੰਤਰ ਰੂਪ ਉਪਾਸੀ। ਹੁਣ ਕਹਿੰਦੇ ਇੱਥੇ ਕਲਿਆਣ ਚੰਦ ਜਿਨ੍ਹਾਂ ਦਾ ਰੂਪ ਬੜਾ ਸੁਹਾਵਣਾ ਹੈ, ਬੇਸ਼ੱਕ ਉਹ ਰੂਪ ਕਰਕੇ ਬੜੇ ਸੋਹਣੇ ਨੇ ਪਰ ਸੁਭਾਅ ਕਰਕੇ ਥੋੜੇ ਗਰਮ ਨੇ, ਗੁੱਸਾ ਛੇਤੀ ਆ ਜਾਂਦਾ ਹੈ। ਤੇ ਬਹੁਤਾ ਗੁੱਸਾ ਕਰਨ ਵਾਲੇ ਦਿਲ ਦੇ ਕਾਲੇ ਨਹੀਂ ਹੁੰਦੇ, ਤੇ ਬਹੁਤਾ ਹੱਸਣ ਵਾਲੇ, ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਅੰਦਰੋਂ ਖੋਰ ਭਰਿਆ ਹੁੰਦਾ, ਸੜਦੇ ਆ ਹਰ ਵੇਲੇ। ਕਹਿੰਦੇ ਕਲਿਆਣ ਚੰਦ ਬੜੇ ਠੰਡੇ ਜਿਹੇ ਸੁਭਾਅ 'ਚ ਹੀ ਰਹਿੰਦੇ, ਜ਼ਿਆਦਾਤਰ ਮਾੜੀ ਮੋਟੀ ਗੱਲ ਤੇ ਗੁੱਸਾ ਆ ਜਾਂਦਾ। ਪਿਤਾ ਬੜੀ ਵਾਰ ਸਮਝਾਉਂਦੇ, ਪੁੱਤ ਕੱਲ ਨੂੰ ਵਿਆਹ ਹੋ ਜਾਣਾ, ਇੰਨਾ ਗੁੱਸਾ ਨਾ ਕਰਿਆ। ਇਹ ਉਹਨਾਂ ਦੇ ਪ੍ਰਾਤਨ ਜੀਵਨ ਜਦੋਂ ਆਪਾਂ ਇੱਧਰ ਉੱਧਰੋਂ ਪੜ੍ਹਦੇ ਹਾਂ ਪਤਾ ਲੱਗਦਾ। ਪਰ ਉਹ ਮਿਹਨਤੀ ਬੜੇ ਸੀ, ਲਗਨ ਬੜੀ ਸੀ। ਪਰ ਪਿਤਾ ਸੋਚਦੇ ਆ ਮੇਰੇ ਪੁੱਤ ਦੋਨੋਂ ਰੱਬ ਵਰਗੇ ਨੇ। ਕਾਲੂ ਨਾਮ ਜਨਮ ਜਬ ਧਾਰਾ, ਪੂਰਨ ਆਸ ਕੀਨ ਮੁਰਾਰਾ। ਤੇ ਪਿਤਾ ਤੇ ਇੱਕੋ ਗੱਲ ਕਹਿੰਦਾ ਸੀ, ਕੱਲ ਮਰਦਾ ਮੈਂ ਅੱਜ ਮਰ ਜਾ। ਮੇਰਾ ਪੁੱਤ ਬੜਾ ਸਿਆਣਾ ਵੱਡਾ ਕਾਲੂ, ਕਿਉਂਕਿ ਇਹ ਪੁਰਾਣੀ ਰਵਾਇਤ ਆ ਸਾਡੀ। ਬੜਾ ਫਰਕ ਹੁੰਦਾ ਸੀ ਸਮਾਜ ਵਿੱਚ। ਅੱਜ ਬਹੁਤ ਲੋਕ ਕਰਦੇ ਆ, ਭਾਵੇਂ ਅਸੀਂ ਜਿੰਨੇ ਮਰਜ਼ੀ ਮਾਡਰਨ ਹੋ ਗਏ, ਸਾਡੀ ਸੋਚ ਚੋਂ ਬੈਕਵਰਡ ਕਲਾਸ ਨਤੀਜੇ ਥੋੜਾ ਜਾਂਦੇ ਆ। ਜਿਹੜਾ ਵੱਡਾ ਪੁੱਤ ਹੁੰਦਾ ਸੀ ਨਾ, ਉਹਨੂੰ ਪਿਆਰ ਬਹੁਤਾ ਕਰਦੇ ਸੀ, ਛੋਟੇ ਦੀ ਪੁੱਛ ਪ੍ਰਤੀਤ ਹੋਈ ਨਹੀਂ ਸੀ ਹੁੰਦੀ। ਤੇ ਵੱਡੇ ਨੂੰ ਕਹਿਣਾ ਜੇਠਾ, ਤੇ ਉਹ ਵੀ ਰੁਤਬਾ ਰੱਖਦਾ ਸੀ ਆਪਣਾ, ਵੀ ਮੈਂ ਵੱਡਾ। ਉਹ ਥੱਪੜ ਮਾਰ ਕੇ ਛੋਟੇ ਤੋਂ ਚੀਜ਼ ਖੋਹ ਲੈਂਦਾ ਸੀ, ਕਹਿੰਦਾ ਤੈਨੂੰ ਬੜਾ ਪਤਾ ਹੈ, ਮੈਂ ਖਾਸ ਹਾਂ। ਇਹ ਪੁਰਾਣੀਆਂ ਰਵਾਇਤਾਂ ਸੀ। ਤੇ ਵੱਡੇ ਪੁੱਤਰ ਬਾਰੇ ਮਾਂ-ਬਾਪ ਜ਼ਿਆਦਾ ਚਿੰਤਤ ਹੁੰਦੇ ਸੀ। ਤੇ ਹੁਣ ਥੋੜੇ ਜਿਹੇ ਜ਼ਮਾਨੇ 'ਚ ਚੇਂਜ ਆ ਗਿਆ। ਹੁਣ ਛੋਟੇ ਦੀ ਪੁੱਛ ਪ੍ਰਤੀਤ ਜ਼ਿਆਦਾ ਵੱਡਾ ਲੜਦਾ ਫਿਰਦਾ ਹੈ। ਕਹਿੰਦਾ ਲੈ ਮਾਤਾ ਛੋਟੇ ਨਾਲੇ ਪਿਆਰ ਕਰਦੀ, ਮੈਨੂੰ ਤੇ ਪੁੱਛਦੀ ਹੈ ਕੋਈ ਨਹੀਂ, ਮੈਨੂੰ ਨਹੀਂ ਕੋਈ ਪੁੱਛਦਾ। ਲੜਾਈਆਂ ਆਏ ਨੇ ਘਰਾਂ 'ਚ। ਪਰ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਵੱਡੇ ਭਰਾ ਦਾ ਸਤਿਕਾਰ ਛੋਟਾ ਵੀ ਕਰਦਾ ਸੀ, ਕਿਉਂਕਿ ਵੱਡਾ ਭਰਾ ਪਿਤਾ ਦੇ ਮਰਨ ਤੋਂ ਬਾਅਦ ਪਿਤਾ ਦੇ ਸਮਾਨ ਮੰਨਿਆ ਜਾਂਦਾ ਸੀ। ਅੱਜ ਵੀ ਕਿਤੇ ਕਿਤੇ ਕਹਿੰਦੇ ਲਾਲੂ ਜੀ ਵੱਡੇ ਭਰਾ ਦੇ ਕਹਿਣੇ 'ਚ ਰਹਿੰਦੇ ਆ, ਚੁੱਪ ਰਹਿੰਦੇ ਆ। ਉਹ ਕਦੇ ਸਮਝਾਉਂਦੇ ਨਹੀਂ, ਕਦੇ ਵੱਧ ਘੱਟ ਬੋਲਦੇ ਨਹੀਂ। ਜਿਹੜਾ ਹੈ ਵੱਡਾ ਉਹਨੂੰ ਸਮਝਾਇਆ ਥੋੜੀ ਜਾ ਸਕਦਾ। ਪਿਤਾ ਨੇ ਕਹਿਣਾ ਮੇਰਾ ਪੁੱਤ ਰੱਬ ਵਰਗਾ ਹੈ, ਮੈਨੂੰ ਇਹ ਤਾਂ ਬੜੀਆਂ ਉਮੀਦਾਂ ਨੇ, ਇਹ ਬੜੀ ਭਗਤੀ ਕਰਦਾ। ਸੱਚਮੁੱਚ ਭਗਤੀ ਬਹੁਤ ਸੀ, ਜਨਮਾਂ ਜਨਮਾਂ ਦਾ ਤਪ ਹੈ ਕਲਿਆਣ ਚੰਦ ਜੀ ਦਾ। ਸੁਤ ਕਾਲੂ ਪਿਖ ਪਿਤ ਸ਼ਿਵ ਰਾਮੂ, ਪਾਨ ਗ੍ਰਹਿਣ ਕੀਆ ਕੀਰਤ ਧਾਮੂ। ਆਖਰਕਾਰ ਪੰਡਤ ਨੇ ਲਿਆ ਕਰਕੇ ਰੁਪਈਆ ਘਰੇ ਫੜਾ ਦਿੱਤਾ। ਪਿਤਾ ਬੜੇ ਖੁਸ਼ ਹੋਏ। ਅੱਗੇ ਨਾ ਮੁਕਲਾਵਿਆਂ ਦੀਆਂ ਰੀਤਾਂ ਹੁੰਦੀਆਂ ਸੀ, ਪੁਰਾਣੇ ਜਾਣਦੇ ਆ। ਅੱਜ ਕੱਲ੍ਹ ਕਿੱਥੇ ਆ ਜੀ, ਚੱਟ ਮੰਗਣੀ ਫਟਕ ਵਿਆਹ। 10 ਵਜੇ ਮੰਗਣੀ ਹੁੰਦੀ ਹੈ, 2 ਵਜੇ ਵਿਆਹ ਹੋ ਜਾਂਦਾ ਹੈ। ਮਾਡਰਨ ਜ਼ਮਾਨਾ, ਜਿੰਨਾ ਕੰਮ ਫਾਸਟ ਹੈ ਉਨਾ ਹੀ ਫਾਸਟ ਟਰੈਕ ਕੋਰਟਾਂ 'ਚ ਨੇ। ਉਧਰ ਵੀ ਇਹੀ ਕੁਝ ਚੱਲਦਾ ਹੈ। ਰਿਸ਼ਤੇ ਕਿਹੜੇ ਰਹਿ ਗਏ, ਮੰਡੀਆਂ ਹੀ ਹੁਣ ਤੇ ਵਪਾਰ ਦੀਆਂ ਮੰਡੀਆਂ। ਵੇਖ ਲਓ ਬਾਹਰ ਜਾਣ ਵਾਸਤੇ ਭੈਣ ਭਰਾ ਵਿਆਹ ਕਰਾਈ ਫਿਰਦੇ ਆ। ਇਹ ਜ਼ਿਆਦਾ ਗੰਦ ਕਿੱਥੇ ਹੈ, ਸਾਡੇ ਪੰਜਾਬ ਦੀ ਧਰਤੀ ਤੇ। ਸਾਡੇ ਲੋਕਾਂ ਨੇ ਉਹ ਨੀਚ ਕੰਮ ਕੀਤੇ ਬਾਹਰ ਜਾਣ ਵਾਸਤੇ, ਜੋ ਵਰਲਡ ਰਿਕਾਰਡ ਲੱਭ ਕੇ ਵੇਖ ਲਓ ਕਿਸੇ ਹੋਰ ਸਟੇਟ ਵਿੱਚ, ਕੰਟਰੀ 'ਚ ਨਹੀਂ ਮਿਲੇਗਾ। ਰੋਜ਼ ਵੇਖ ਲਓ ਕੀ ਕੁਛ ਨਹੀਂ ਹੁੰਦਾ, ਤੇ ਕੀ ਨਹੀਂ ਕਰਦੇ ਸਾਡੇ ਵਾਲੇ ਜਾ ਕੇ ਉੱਧਰ। ਰੱਬ ਬਚਾਵੇ, ਕਿਉਂਕਿ ਅਸੀਂ ਲੋਕ ਬਹੁਤ ਲਾਲਚੀ ਹੋ ਚੁੱਕੇ ਹਾਂ। ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਜਦੋਂ ਪਿਤਾ ਨੂੰ ਇਹ ਖਬਰ ਮਿਲੀ ਨਾ, ਉਹਨੇ ਸਾਰੇ ਮੁਹੱਲੇ 'ਚ ਲੱਡੂ ਵੰਡੇ, ਰਿਸ਼ਤਾ ਜੋੜ ਦਿੱਤਾ ਗਿਆ। ਮਤਲਬ ਇਹ ਨਹੀਂ ਕਿ ਪੰਡਤ ਨੇ ਰਿਸ਼ਤਾ ਕੀਤਾ ਤੇ ਰੱਬ ਦਾ ਰਿਸ਼ਤਾ ਹੈ। ਹੁਣ ਮੁਸਲਮਾਨਾਂ ਦੇ ਪੰਡਤ ਜਾਂਦੇ ਸੀ ਕਰਾਉਣ, ਨਹੀਂ, ਮੌਲਵੀ। ਮਤਲਬ ਧਰਮ ਦੇ ਲੋਕ, ਸਿਆਣੇ ਲੋਕ, ਸੰਸੀਅਰ ਲੋਕ, ਜੋ ਸੂਝ ਬੂਝ ਰੱਖਦੇ ਆ। ਜਿੱਥੇ ਉਹਨਾਂ ਜੋ ਕਹਿਤਾ ਨਾ, 7 ਬਚਨ, ਉਹ ਰੱਬ ਦਾ ਫੈਸਲਾ, ਵੱਡਿਆਂ ਦਾ ਫੈਸਲਾ। ਕਹਿੰਦੇ ਪੰਡਤ ਜੀ ਨੇ ਰਿਸ਼ਤਾ ਤੈਅ ਕਰ ਦਿੱਤਾ। ਪਿਤਾ ਜੀ ਨੇ ਆਪਣੇ ਪੁੱਤ ਨੂੰ ਵਿਆਹਣ ਵਾਸਤੇ ਬੜਾ ਚਾਅ ਚੱਕਿਆ, ਬੜੀਆਂ ਤਿਆਰੀਆਂ ਕੀਤੀਆਂ ਨੇ। ਏ ਪਤ ਵਰਤ ਗੁਣ ਨਿਦ ਸੋ, ਇਸ ਸੀਲਤਾ ਕੈ ਸਕ ਕੋ। ਤੇ ਉਹ ਜਿਸ ਔਰਤ ਦੇ ਨਾਲ ਰਿਸ਼ਤਾ ਹੋਇਆ, ਉਹ ਮਹਾਨ ਇਸਤਰੀ ਕੌਣ ਹੈ, ਉਹ ਸ਼ਖਸੀਅਤ ਕੌਣ ਹੈ? ਉਹ ਸਨ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ। ਬਹੁਤ ਛੋਟੀ ਉਮਰ ਹੈ, ਛੋਟੀ ਉਮਰੇ ਵਿਆਹ ਹੋਇਆ। ਕਹਿੰਦੇ ਦੇਵੀਆਂ ਦੂਵੀਆਂ ਦੀ ਕੀ ਗੱਲ ਕਰੀਏ, ਦੇਵੀ ਦੇਵਤਿਆਂ ਦੇ ਵਕਾਰ ਨੇ, ਬੜੇ ਸੁਸ਼ੀਲ ਸੁਭਾਅ ਦੇ ਨੇ, ਨਿਮਰਤਾ ਵਾਲੇ ਨੇ, ਮਿੱਠ ਬੋਲੜੇ ਨੇ।
क्योंकि पुराने समय का जिहड़ा सभ्याचार सी ना साडे पंजाब दा, औरतां दा मूँह नहीं सी कोई वेखदा, वेखे नहीं सी हुंदा किसे। इन्ने संस्कार सन उन्हां दे कोले, कहंदे बड़े संस्कारी परिवार दी धी सी, भगती करन वाली सी, बचपन तो ही परमेश्वर नूं जपदी सी। रिश्ता जोड़ दिता गया। दोने परिवारां विच शगनां दा दिन आया, दोनों परिवार एक मिक हो गए। पदवी पाई काल बहु कालू, ये बरत तप कठन विसालो। कहते पिता कल्याण चंद गुरु नानक साहब महाराज दे, जिन्हां दे जप तप दा सदका उन्हां नूं पत्नी भी वो मिली जो आप भगती दी मूरत सी। इत्थे किसी देवी दूवी का जिक्र नहीं है भी ਉਹਦੇ वर्गे सी, भगती का रूप। क्योंकि कल्याण चंद की अपनी तपस्या बड़ी है, बेशक इस जन्म च घट होवे ते जन्मां जन्मां दी है। अज आपां गुरु घर जुड़ते हैं, सतसंग विच जुड़ते हैं, कई बार सोचीदा भी मैं ते जन्म च कोई चंगा काम खरिया नहीं, गुरुद्वारे किवें जाना, खरे की पता किहड़े जन्म का चंगा कर मैं तुहानूं खिच के ले आऊंगा। किस जन्म की तपस्या है तुहाडी, किस जन्म की बंदगी है, सिमरन है। तुसीं गुरु नानक दे घर आउंदे हो, संगत विच बहिंदे हो, सुन के मनदे हो, गुरु वाले बनदे हो, कोई एक जन्म का थोड़ी है। जे जन्मा जन्मा दे पाप ने ते जन्मा जन्मा दे पुण्य भी ते हैगे। कहते जन्मा जन्मा की तपस्या सी कालू जी दी, उन्हां दे धर्म पत्नी तृप्ता जी, बंदगी वाले, नाम जपण वाले, जिन्ना सारी जिंदगी दे विच कोई शब्द नहीं सी बोलिया। सारी जिंदगी अगे जियो मरदी सी, बजुर्ग हो जाते सी लोग, रिश्ते पक्के सी। कोई भी होवे रिश्ता, भैन भरा दा होवे, मां बाप दा होवे, पति पत्नी दा होवे, ओए हुण काहदे रिश्ते, हुण ते कच्चियां तंदां ने। वेख लो घर वाली दे थप्पड़ मार के जे तारे ना विखा रहे आखो साडा नाम 60 साल दे भी डरदे फिरदे, कहते जे रोटी नहीं मिली चुप करके सौं जाओ, कहना नहीं है। सीरीयल वेखदी है भैन जी, वेलना आजूगा, डर आई ना, इन्ना खौफ है। पुराने समय च कित्थे सी प्रेम सी, उदों समझदार लोग सन। हुण ते एक घर विच रह के अपने अपने फोनां ते लगे आ, मुंडा अपना, धी अपनी, प्यो अपना, पुੱਤ अपना, फर्क ही कोई नहीं है। ना किसी का नितनेम, ना किसी की बंदगी, ना कोई सिमरन है, ना कोई जप तप है। जे कोई रब के नाम की गल कर ले, कहते छड्ड परा, सारा दिन बाबे नूं चिबड़े रहना, गुड़का साहब भी छड्ड दिया कर, कदे इहने तैनूं की देना, पढ़ लिया कर। हुण ते मां बाप साडे इहो जिहे ते फिर उन्हां की करना। जन्मा जन्मा का तप सी, राए भोए की तलवंडी दे विच अज दीवा जलिया, चानण होया। कल्याण चंद जी की बरात इत्थों निकली, वापस आई है। कहते सारा पिंड बराती बन के गया। अगे तो इदां हुंदा सी, वो बरातां कई कई दिन जांदियां सी, कई कई दिन सारा पिंड जांदा सी। हुण ते कहंदे आ भी टब्बर दे अद्धे बंदे घरे रह जाओ, काहनूं यार लोग ही बड़े होंदे हैं, खर्चा बड़ा हो चुका। हुण सारा पिंड बरात ते गया, शिव राम नूं वधाइयां दित्तियां जा रहीआं ने, क्योंकि दरवेश लोग ने, साधु लोग। इन्हां दी बरात दे विच की कोई शूदर, की कोई पंडित, की कोई खतरी, कहते सब नूं बराबर रखे, सब दा मान तान कीता है। चरंकाल इव दंपत बीता, हर पद पंकज जिन मन प्रीता। अगे ते शिवराम आप घर आए नूं भुखा नहीं जाण दिंदे सी। कहंदे जदों कल्याण चंद जी दा विआह हो गया ना, सुशील औरत भगतनी, भगती दा रूप घरे आई ना, कहंदे ओहदे आया बेड़े दीयां खुशियां होर हो गईयां। हर इंसान अपने कर्म लैके आउंदा है। बंदा जिहो जिहा मर्जी होवे, विआह तो बाद कई बार पत्नी दे कर्म इन्ने चंगे हुंदे आ, ओहदे आया तो घर च चहल पहल हो जाती है, ते कईयां दे आया घर च गधी गिड़ पै जांदा, भरा लग हो जाते आ, बच्चे लग हो जाते, माँ बाप लग हो जाते आ। ये अपनी अपनी हो रहा है। जिस वेले तृप्ता जी घरे आए आ, कहते एडे दानी सन, कोई दोपहर वेले भी आके आके भुख लगी, कहते वीरा बैठ जा, भोजन छके जाई। बड़ी सेवा तपस्या सी बहुत वड्डी। कहते हर वेले चुल्हा तपदा ही रहिंदा सी घरे, किसी नूं भुखा नहीं जाण देना, प्यासा नहीं जाण देना। जिन्ने साधु आउणे उन्हां महापुरखां नूं 15-15 20 नूं प्रशादा छकाउणा। अगे साधु मंडलियां च आउंदे हुंदे सी, मंडलियां बना के 20 साधु, 25 साधु, 50 साधु। अजकल कित्थे आ जमाना,
मैं कहना 4 ਬਾਬਿਆਂ ਨੂੰ ਇੱਕ ਗੱਡੀ 'ਚ ਬਿਠਾ ਦਿਓ ਜੇ ਪੱਗਾਂ ਲੱਥੀਆਂ ਨਾ ਉਤਰਨ ਥੱਲੇ। ਹੁਣ ਤੇ ਸਾਧਾਂ ਦੇ ਹਾਲ ਇਹ ਨੇ, ਜੋਗੀਆਂ ਦੇ ਹਾਲ ਇਹ ਨੇ। ਉਹ ਕਹਿੰਦਾ ਤੂੰ ਮੇਰੇ ਫੇਸ 'ਚ ਨਹੀਂ ਜਾਣਾ, ਮੈਂ 9 ਫੇਸ ਮੰਗਦਾ, ਜੇ ਤੂੰ ਦੇਖ ਗਿਆ ਨਾ ਉੱਥੇ ਵੇਖੀ ਫਿਰ ਕਹਿੰਦਾ ਤੂੰ 7 ਦਿਨਾਂ ਵੜ ਜੀ। ਏਰੀਏ ਵੱਡੇ ਹੋਏ ਆ, ਪਰ ਉਹਨਾਂ ਸਮਿਆਂ 'ਚ ਸਾਧੂਆਂ ਦਾ ਏਕਾ ਬੜਾ ਸੀ। ਕੇਵਲ ਭੋਜਨ ਹੀ ਛਕਣਾ ਹੁੰਦਾ ਸੀ, ਮਾਇਆ ਨਾਲ ਤੇ ਨਹੀਂ ਕੋਈ ਸੀ। ਕਹਿੰਦੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਪਤੀ ਸਮੇਤ ਭੋਜਨ ਤਿਆਰ ਕਰਨਾ, ਭਾਵੇਂ ਕਿ ਪਤੀ ਕੋਲ ਸਮਾਂ ਬਹੁਤ ਘੱਟ ਹੈ। ਕਲਿਆਣ ਚੰਦ ਜੀ ਕੋਲ ਉਹ ਆਫੀਸਰ ਨਹੀਂ ਉਹਨਾਂ ਸਮਿਆਂ ਦੇ, ਵੱਡੇ ਰੈਂਕ ਤੇ ਬੈਠੇ ਆ, ਪਰ ਨਿਮਰਤਾ ਬੇਹੱਦ ਹੈ। ਘਰ ਆਏ ਨੂੰ ਭੁੱਖਾ ਪਿਆਸਾ ਕਦੇ ਮੋੜਦੇ ਨਹੀਂ। ਤਲਵੰਡੀ ਮਿਹ ਰਾਮ ਰਾਏ ਬਲਾਰੂ, ਸੋਦਰ ਸਮ ਕਾਲੂ ਸੰਗ ਪਿਆਰੂ। ਕਿਉਂਕਿ ਜਿਹੜੇ ਕਲਿਆਣ ਚੰਦ ਨੇ, ਕਾਲੂ ਜੀ ਨੇ, ਜਿਨ੍ਹਾਂ ਦਾ ਕਵੀ ਨੇ ਜ਼ਿਕਰ ਕੀਤਾ ਨਾ ਨਾਮ ਕਰਕੇ, ਕਾਲੂ ਜੀ, ਲਾਲੂ ਜੀ, ਕਹਿੰਦੇ ਜਿਹੜਾ ਇੱਥੋਂ ਦਾ ਤਲਵੰਡੀ ਦਾ ਰਾਜਾ ਸੀ ਰਾਏ ਬੁਲਾਰ, ਉਹਨਾਂ ਨਾਲ ਨਿੱਜੀ ਤੌਰ ਤੇ ਬੜਾ ਸਨੇਹ ਸੀ, ਪਿਆਰ ਸੀ। ਹੁਣ ਰਾਏ ਬੁਲਾਰ ਨੇ ਕਾਲੂ ਜੀ ਨੂੰ ਆਪਣਾ ਭਰਾ ਮੰਨਿਆ ਹੋਇਆ ਸੀ। ਭਰਾ ਅੱਗੇ ਪੱਗ ਵੱਟ ਭਰਾ ਹੁੰਦੇ ਸੀ, ਹੁਣ ਤੇ ਸਕਾ ਭਰਾ ਭਰਾ ਨਹੀਂ ਆਖੋ ਸਤਨਾਮ। ਉਹ ਕਹਿੰਦਾ ਮਰੇ ਕਦੋਂ ਜ਼ਮੀਨ ਮੇਰੇ ਹਿੱਸੇ ਵਾਧਾ ਜੇ, ਪਲਾਟ ਮੇਰੇ ਕੋਲ ਕਾਹਦਾ ਜੇ, ਕੋਠੀ ਤੇ ਕਬਜ਼ਾ ਮੈਂ ਕਦੋਂ ਕਰ ਲਾਂ, ਮੇਰੇ ਬੱਚੇ ਅੱਗੇ ਚਲੇ ਜਾਣੇ, ਕਿਉਂ ਵਸਦਾ ਹੈ। ਅੱਗੇ ਤੇ ਭਰਾਵਾਂ ਦੇ ਵਿੱਚ ਪਿਆਰ ਹੀ ਬੜਾ ਸੀ। ਹੁਣ ਰਾਏ ਬੁਲਾਰ ਨੇ ਆਪਣਾ ਭਰਾ ਮੰਨਿਆ ਤੇ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਵੱਡਾ ਰੁਤਬਾ ਦਿੱਤਾ, ਕਿਉਂਕਿ ਪੜ੍ਹੇ ਲਿਖੇ ਸੀ, ਵੈਲ ਐਜੂਕੇਟਡ ਸੀ ਉਹਨਾਂ ਸਮਿਆਂ ਤੇ। ਕਲਿਆਣ ਚੰਦ ਇਹਨਾਂ ਨੂੰ ਉਹਨਾਂ ਨੇ ਪਟਵਾਰੀ ਲਾ ਲਿਆ। ਹੁਣ ਪਟਵਾਰੀ ਦੀ ਅੱਜ ਵੀ ਬੜੀ ਟੌਰ ਹੈ, ਉਦੋਂ ਵੀ ਸੀ, ਕਿਉਂਕਿ ਨੇਕ ਦਿਲ ਇਨਸਾਨ ਸੀ, ਠੱਗੀ ਠੋਰੀ ਨਹੀਂ ਸੀ ਕਰਦੇ। ਗੁੱਸੇ ਵਾਲਾ ਬੰਦਾ ਕਦੇ ਬੇਈਮਾਨਾ ਨਹੀਂ ਕਰਦਾ ਤੇ ਬੇਈਮਾਨ ਬੰਦਾ ਕਦੇ ਗੁੱਸਾ ਨਹੀਂ ਕਰਦਾ। ਖੁਦਾ ਦਾ ਨਾਮ, ਇਹ ਗੱਲਾਂ ਬਰਾਬਰ ਨੇ, ਅਜਮਾ ਲਿਓ ਕਦੇ। ਜਿੰਨਾ ਬੇਈਮਾਨ ਬੰਦਾ ਹੋਊ ਨਾ, ਜੋ ਮਰਜ਼ੀ ਕਹੀ ਜਾਓ, ਹੱਸੀ ਜਾਊ, ਢੀਠਾ ਵਾਂਗੂ, ਕੋਈ ਗੱਲ ਨਹੀਂ, ਫਿਰ ਕੀ ਹੈ। ਉਹਨੂੰ ਪਤਾ ਹੈ ਵੀ ਜਿੱਦਣ ਟੀਕਾ ਲਾਵਾਂਗੇ ਸਾਰੇ ਦੁੱਖੜੇ ਦੂਰ ਹੋ ਜਾਣਗੇ, ਲੁੱਟ ਲਾਂਗੇ ਚੰਗਾ। ਕਰ ਲੈ ਟਿਚਰਾਂ ਜਿਹੜੀਆਂ ਕਰਦਾ 5-7 ਲੱਖ, ਜਦੋਂ ਇਹ ਤੂੰ ਕਢਾਇਆ ਇਹ ਆਪੇ ਰੋਂਦਾ ਫਿਰ। ਪਰ ਅੱਗੇ ਇਮਾਨਦਾਰੀ ਕਿੰਨੀ ਸੀ। ਕਹਿੰਦੇ ਕਲਿਆਣ ਚੰਦ ਵਰਗਾ ਇਮਾਨਦਾਰ ਕੋਈ ਨਹੀਂ ਸੀ ਇਲਾਕੇ ਵਿੱਚ। ਤੇ ਰਾਏ ਬੁਲਾਰ ਨੂੰ ਇਹ ਵੀ ਆਪਣਾ ਭਰਾ ਮੰਨਦੇ ਸੀ ਵੱਡਾ, ਉਹ ਇਹਨਾਂ ਨੂੰ ਛੋਟਾ ਭਰਾ ਮੰਨਦਾ ਸੀ। ਜਿੱਥੇ ਭਾਈ ਬੰਦੀ ਦਾ ਪਿਆਰ, ਪੱਗ ਵੱਟ ਭਰਾ ਹੁੰਦੇ ਸੀ ਅੱਗੇ, ਹੁਣ ਕਿੱਥੇ ਉਹ ਗੱਲਾਂ। ਪੱਗ ਵੱਟ ਭਰਾਵਾਂ ਦੇ ਕੋਲ ਕਹਿੰਦੇ ਇੰਨੀ ਮੁਹੱਬਤ ਸੀ, ਉਹ ਮੁਸਲਮਾਨ ਨੇ ਰਾਏ ਬੁਲਾਰ, ਇਹ ਕੌਮ ਨਹੀਂ, ਆਮ ਤੌਰ ਤੇ ਸਨਾਤਨੀ ਸਨ, ਕਿਉਂਕਿ ਹਿੰਦੂ ਨਾਮ ਦਾ ਉਦੋਂ ਕੋਈ ਰੌਲਾ ਨਹੀਂ ਸੀ ਹੁੰਦਾ ਤੇ ਨਾ ਹੀ ਕੋਈ ਇਹਨਾਂ ਦਾ ਬਹੁਤਾ ਗਾਹ ਹੁੰਦਾ ਸੀ। ਜੋ ਪ੍ਰਚਲਿਤ ਸੀ ਚੱਲੀ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਸਿੱਖ ਧਰਮ ਦਾ ਆਗਾਜ਼ ਹੋਇਆ। ਕਿੰਨੀ ਸਾਂਝ ਸੀ ਦੋਨੇ ਪਰਿਵਾਰਾਂ ਦੀ। 9 ਮਾਸ ਦਾ ਰਿਸ਼ਤਾ ਸੀ ਰਾਏ ਬੁਲਾਰ ਤੇ ਕਲਿਆਣ ਚੰਦ ਜੀ ਦਾ। ਪਿਆਰ ਇੰਨਾ, ਕਹਿੰਦੇ ਪਟਵਾਰੀ ਦੀ ਪੋਸਟ ਸੰਭਾਲੀ ਹੈ, ਜਿੰਨਾ ਮਾਲ ਰਿਕਾਰਡ ਹੈ ਰਾਏ ਭੋਈ ਦੀ, ਤਲਵੰਡੀ ਦਾ, ਹੋਰ ਪਰਗਣਿਆਂ ਦਾ, ਸਭ ਇਹਨਾਂ ਨੂੰ ਸੌਂਪਿਆ ਗਿਆ ਏ। ਤੇ ਗ੍ਰਾਮ ਕੋ ਸੋਧ ਘਰੇ, ਸਭ ਕੀ ਦਈ ਕਾਰ ਪਟਵਾਰੀ। ਹੁਣ ਜਿੱਥੇ ਪਟਵਾਰੀ ਦਾ ਕਾਰਜ ਦਿੱਤਾ ਹੋਇਆ, ਉੱਥੇ ਛੋਟੇ ਮੋਟੇ ਅਹੁਦੇ ਵੀ ਇਹਨਾਂ ਨੂੰ ਦਿੱਤੇ ਹੋਏ ਸੀ। ਪਿੰਡ ਦਾ ਚੌਧਰੀ ਬਣਾਤਾ, ਹੋਰ ਬੜਾ ਕੁਛ। ਪਰ ਕਹਿੰਦੇ ਕਲਿਆਣ ਚੰਦ ਜੀ ਦੇ ਵਿੱਚ ਕਦੇ ਹੰਕਾਰ ਨਹੀਂ ਸੀ, ਮੈਂ ਪਟਵਾਰੀ ਹਾਂ। ਕੋਈ ਹਉਮੈ ਨਹੀਂ ਸੀ ਵੀ ਰਾਏ ਬੁਲਾਰ ਨਾਲ ਮੇਰੀ ਉੱਠਣੀ ਬੈਠਣੀ ਹੈ। ਉਹ ਅੱਜ ਤੇ ਹੰਕਾਰ ਇਹਨਾਂ ਲੋਕਾਂ ਦੇ ਦਿਮਾਗ 'ਚ ਵੜਿਆ ਹੈ। ਕਿਸੇ ਟੁੱਟੇ ਛੱਤਰ ਵਰਗੇ ਲੀਡਰ ਨਾਲ ਫੋਟੋ ਆ ਦੇ ਨਾ, ਉਹ ਵੀ ਵੱਡੀ ਕਰਾ ਕੇ ਡਰਾਇੰਗ ਰੂਮ ਚਲਾਉਂਦੇ ਵੀ ਪਤਾ ਲੱਗੇ ਸਾਡੀ ਬਣਦੀ ਕਿਹਦੇ ਨਾਲ ਹੈ, ਕਿਹੜੇ ਪਾਸੇ ਤੁਰੀ ਬਣਦੀ। ਕਹਿੰਦੀ ਉਹ ਐਡਾ ਵੱਡਾ ਰੁਤਬਾ, ਰਾਏ ਬੁਲਾਰ ਨਾਲ ਉੱਠਣੀ ਬੈਠਣੀ, ਭਰਾਵਾਂ ਤੋਂ ਵੱਧ ਕੇ ਕਿਹੜਾ ਰਿਸ਼ਤਾ ਜੀ ਜਿਹਨੂੰ ਤੁਸੀਂ ਹੌਸਲਾ ਦਿਓਗੇ। ਰਾਜਾ ਰੂਜਾ ਕੁਛ ਵੀ ਨਹੀਂ, ਜਿੱਥੇ ਭਰਾ ਬਣ ਗਿਆ ਨਾ ਉਹ ਜਿੱਦ ਜਾਨ ਹੁੰਦੇ। ਧਰਮ ਦੇ ਤੇ ਪਿਆਰ ਦੇ ਰਿਸ਼ਤੇ ਅੱਜ ਵੀ ਪੱਕੇ ਆ। ਰਿਸ਼ਤੇਦਾਰੀਆਂ ਦੇ ਨਾਲੋਂ ਨਾ ਸਕਾ ਭਰਾ ਉੱਥੇ ਨਹੀਂ ਖੜੂਗਾ ਜਿੱਥੇ ਧਰਮ ਦਾ ਭਰਾ ਖੜ ਜੂਗਾ। ਸਕੀ ਭੈਣ ਉੱਥੋਂ ਹੱਥ ਪਿੱਛੇ ਖਿੱਚ ਲੂ ਜਾ ਕੇ ਜਿੱਥੇ ਧਰਮ ਦੀ ਭੈਣ ਆ ਕੇ ਖੜ ਜੂਗੀ। ਕਈ ਵਾਰ ਸਕੇ ਮਾਂ-ਬਾਪ ਵੀ ਉੱਥੇ ਨਹੀਂ ਖੜਦੇ ਜਿੱਥੇ ਬਾਹਰ ਬਣਾਏ ਹੋਏ ਮਾਂ-ਬਾਪ ਦਾ ਸਤਿਕਾਰ ਮਿਲ ਜਾਂਦਾ ਹੈ। ਇਹ ਕਲਯੁਗ ਦਾ ਪ੍ਰਭਾਵ ਹੈ ਜੀ। ਧਰਮ ਦੀ ਦੁਨੀਆ ਵਿੱਚ ਜਿੰਨੇ ਤੁਹਾਡੇ ਭੈਣ ਭਰਾ ਨੇ ਉਹੀ ਤੁਹਾਡੇ ਸਾਰਾ ਕੁਛ ਨੇ। ਤੇ ਸਗੇ ਉਹ ਤੇ ਬਸ ਇੰਨਾ ਕੀ ਹੁੰਦਾ ਵੀ ਜੇ ਮਰ ਗਿਆ ਤਾਂ ਆ ਜਾਣਗੇ, ਜੰਮ ਪਿਆ ਤਾਂ ਆ ਜਾਣਗੇ, ਬਸ ਸਿਰ ਖਾਣ ਨਹੀਂ ਹੁੰਦੇ ਰਿਸ਼ਤੇਦਾਰ। ਇਹ ਤੋਂ ਵੱਧ ਕੇ ਕੁਛ ਨਹੀਂ ਹੈ। ਕਿਹਨੇ ਕੀ ਗੱਲ ਕਹਿਤੀ, ਜੇ ਉਹਨੇ ਕੋਈ ਗੱਲ ਕਰਤੀ ਨਾ ਪਹਿਲਾਂ ਤੁਹਾਨੂੰ ਆ ਕੇ ਦੱਸਣੀ, ਤੁਹਾਡੇ ਤੋਂ ਸੁਣ ਕੇ ਦੂਜੇ ਨੂੰ ਦੱਸ ਦੇਣੀ। ਬਸ ਇੱਥੇ ਤੱਕ ਹੀ ਕੰਮ ਹੁੰਦਾ ਹੈ। ਕਹਿੰਦੇ ਰਾਏ ਬੁਲਾਰ ਦੇ ਨਾਲ ਪਿਆਰ ਇੰਨਾ ਸੀ, ਰੋਟੀ ਦੀ ਸਾਂਝ ਸੀ ਇਕੱਠਿਆਂ ਦੀ।
कई बार शाम का भोजन उधर छक के आना, कई बार राजे ने इन्हों के घर आ जाना। इन्ना प्यार भाई बंदी सी, धर्म के भरा सन, पर कहते इन्हों ने भी उन्होंने लाज रखी राय बुलाती, कदे धोखा छल कपट नहीं किया, हर वेले ईमानदारी करनी। पिंड के झगड़े जिन्ने सी ये खुद आप नवेड़ते ने। अस बिद बिलसत अनक बिलासा, दंपति और धरही सुत्यासा। कहते बेशक कल्याण चंद पटवारी ऑफिसर ने, उन्होंने समय के वड्डे रुतबे गैसटेड ऑफिसर, पर कहते निमरता बेहद सी। गुस्सा चलो अलग चीज आ जाता है, बड़ी गल नहीं है। पति पत्नी इकट्ठे बह के रोज भगती करते हैं, जप तप करते आ, मन में एक इच्छा सी रब तो मंगते निरंकार तो। कहते हे परमात्मा एक पुत्र दी दात दई, पुत भी ऐसा दई जो जग तो अलग होवे, वरना ना दई। आखो सतनाम। मंगना कई बार अरदासां करनियां, नेत्र भारे होने, कदे कहना बच्चे की दात दे दे, कदे कहना परमात्मा पुत्र बख्श दे, जो मंगां होंदियां माता तृप्ता। कई बार परमात्मा दे अगे अरदास करते करते नेत्र भरे होंदे सी। कई साल हो गए ब्याह नूं, घरे बच्चे का जन्म नहीं होया। साधवी गर्भ धरन पुन कीना, जन्मी तन्या सम्मत पर बीना। आखिरकार कहते परमात्मा ने सुनी, माता तृप्ता दी गोद एक बच्चे का जन्म होया साल बाद। कहते वो जम्मी सी धी, बड़ी खुशी मनाई। उन्हां समयां च धीआं दे जम्मे कौन खुशी मनाउंदा सी? पढ़िओ पुराना इतिहास कदे। अज तक इस समाज विच औरत दी कदर नहीं है। जिस इलाके जिस देश च आपां वसदे हां, सच्ची पुछ के वेखो किन्नी औरत की इज्जत करदे लोग, किन्नी करदे आ। इत्ते कानून थोड़े बहुते सख्त आ, लोग डरदे तां करी जांदे। माड़ा मोटा इन्हां नूं पता लग गया भी हुण बीबियां समझदार हो गईयां, जे वध घट बोले कोर्ट का दरवाजा खुल्ला। डरते करते बड़ा नहीं, कित्थे इज्जत करते सी लोग। धर्म की दुनिया च मंदिर च नहीं सी वड़न दिता जाता, मस्जिद नहीं सी आउण दिता जाता। ये जिन्ने हक दवाए आ गुरु नानक साहब की कृपा है। जे मर्द बहिंदे बराबर ते औरतां बराबर बहिंदियां ने दरबार च, गुरु घर बराबर सरोवर च इशनान करदियां ने, बराबर गुरु की ताबिया बहिंदियां ने, बाणी पढ़दियां ने, सुणदियां ने। पहला कित्थे सी? औरत नूं ते अज भी इस्लाम दे विच जाके वेखो, कहंदे नमाज नहीं पढ़ सकदी, तू नहीं, तू बुरके च ही रहना। पर उस वेले कहंदे घर दे विच खुशी मनाई गई जिस वेले पुत्री दा जन्म होया ए। हिमगिर मैना की कर माही, पार्वती जन्मी जिव्याही। इत्थे कवि जी एक दृष्टांत दे रहे हो, अपनी भावना नाल दे रहे आ। कहंदे जिवें गिर पर्वत, पर्वत दा नाम है गिर, ते पर्वत दी पत्नी दा नाम सी मैना। ये पुराने स्रोत ने जी, पहाड़ों के नाच भी लोगों बड़े रखे हुए हैं। कहते मैना पत्नी सी, गिर पति सी। हिमाचल च अज दोनों ये पर्वत मिल जाएंगे, तो मैना का पहाड़ भी मिल जाएगा तो गिर भी मिल जाएगा। गिर नाम पहाड़ का ही होता। कहते इन्हां दे घरे जिहड़ी बच्ची का जन्म होया सी, उहदा नाम रखिया सी पार्वती। अज भी हिमाचल दी आबादियां चों पार्वती नदी निकल के आउंदी है। समझण लई इन्ना भी मणीकरण साहब वाली जिहड़ी नदी है उहनूं पार्वती कहंदे आ। जिवें हुण पार्वती नदी उत्थों निकलदी है, किन्ने उफान ते आउंदी है, किन्ने दरिया निकलदे उहदे चों, ब्यासा सतलुज अगे फट जांदे आ, है ते पार्वती है। कहंदे जिवें पार्वती नदी दे निकलण ते जां उहदे जन्म ते मैना ते गिर ने इन्नी खुशी मनाई ना भी साडे घर धी होई है। ये पुरातन कथा है। कहंदे उसे तरह जदों पेके घर तृप्ता जी दे धी दा जन्म होया, कहंदे खुशखबरी राय भोई दी तलवंडी गई। इन्ना चाਅ सी, सारे पिंड विच खुशी मनाई गई। कौन मनाउंदा सी उन्हां समय च? कोई वड्डी सोच वाली करदा होना भगती वाला, ते फिर कल्याण चंद जी की भगती थोड़ी है। जो गुरु नानक साहब के पिता ने, कोई आम इंसान ने वो अलग गल। अज तो साडे वाले गुरु साहब नूं भी आम व्यक्ति कह के संबोधन करते। जिस वेले पुत्री का जन्म होया, नानके पिंड होया, खुशी मनाई गई, बड़ा चाह सी। सारे पिंड विच मठियाइयां वंडियां ने। भाई सुशीला सब गुण खानी,
ਮਨੋ ਭਗਤ ਤਰ ਦੇਹੀ ਸੁਹਾਨੀ। ਕਹਿੰਦੇ ਮੰਨ ਲਓ ਭਗਤੀ ਦੇ ਘਰ ਸ਼ਕਤੀ ਪੈਦਾ ਹੀ ਹੋਵੇ, ਭਗਤੀ ਦਾ ਸਰੂਪ, ਭਗਤੀ ਦੀ ਜੋਤ। ਤੇ ਉਸ ਬੱਚੀ ਦਾ ਨਾਂ ਰੱਖਿਆ ਸੀ ਨਾਨਕੇ ਪਿੰਡ ਜਨਮ ਲੈਣ ਕਰਕੇ ਨਾਨਕੀ, ਜਿਨ੍ਹਾਂ ਦਾ ਜ਼ਿਕਰ ਹੈ ਭੈਣ ਨਾਨਕੀ। ਕਹਿੰਦੇ ਮਾਂ ਦੀ ਅੱਖ ਦਾ ਤਾਰਾ ਹੀ ਸੀ ਭੈਣ ਨਾਨਕੀ। ਮਾਂ ਨੇ ਬੜਾ ਲਾਡ ਲਡਾਇਆ, ਕੋਈ ਫਰਕ ਹੀ ਨਹੀਂ ਸੀ ਰੱਖਿਆ ਧੀ ਪੁੱਤ ਦੇ ਵਿੱਚ। ਅੱਗੇ ਨਹੀਂ ਸੀ, ਪਹਿਲਾਂ ਲੋਕ ਬੜਾ ਰੱਖਦੇ ਸੀਗੇ, ਧੀਆਂ ਨੂੰ ਇਹ ਕਹਿ ਕੇ ਤਾਨੇ ਮਾਰੀ ਜਾਣਾ, ਇਹ ਬਗਾਨਾ ਧਨ ਹੈ ਜੀ, ਇਹ ਬਗਾਨੇ ਘਰ ਜਾਣਾ ਹੈ। ਤੇ ਜਿਨ੍ਹਾਂ ਦੇ ਘਰੇ ਜਾਂਦੀ ਅੱਜ ਵੀ ਉਹ ਕਹਿੰਦੇ ਲੈ ਇਹਦੀ ਮਾਂ ਨੇ ਅਗਲੇ ਨਹੀਂ ਸਿਖਾਈ। ਅੱਜ ਤੱਕ ਕਨਫਿਊਜ਼ ਨੇ, ਦੋ ਘਰਾਂ ਦੀਆਂ ਰਾਣੀਆਂ ਦਾ ਘਰ ਹੀ ਕੋਈ ਨਹੀਂ। ਆਖੋ ਸਤਿਨਾਮ। ਪੇਕੇ ਜਾਏ ਉਹ ਕਹਿੰਦੇ ਲੈ ਬਗਾਨੀ ਹੈ, ਇਹ ਉਹਨਾਂ ਦੀ ਹਮਾਇਤ ਕਰਦੀ ਹੈ। ਤੇ ਜੇ ਉਹਨਾਂ ਕੋਲ ਬਹਿ ਜਾਓ ਉਹ ਕਹਿੰਦੇ ਮਾਂ ਇਹਦੀਆਂ ਪੱਟੀਆਂ ਪੜਾਉਂਦੀ ਆ, ਸਾਰਾ ਦਿਨ ਫੋਨ ਨਹੀਂ ਛੱਡਦੀ। ਇਹ ਸਾਡਾ ਘਰ ਖਰਾਬ ਕੀਤਾ ਹੁੰਦਾ ਨਾ। ਤੇ ਫਿਰ ਕੱਲੀਆਂ ਬਹਿ ਕੇ ਰੋਂਦੀਆਂ, ਨਾ ਮੈਂ ਪੇਕਿਆਂ ਜੋਗੀ ਰਹੀ ਤੇ ਨਾ ਮੈਂ ਸਹੁਰਿਆਂ ਜੋਗੀ ਰਹੀ। ਇਹ ਕਿਉਂ ਹੈ? ਇਹ ਮਨੁੱਖਾਂ ਦੀ ਭੇੜੀਏ ਵਰਗੀ ਸੋਚ ਹੈ ਔਰਤਾਂ ਪ੍ਰਤੀ। ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਹਰ ਬੰਦਾ ਕਹਿੰਦਾ ਮੇਰੀ ਧੀ ਖੁਸ਼ ਰਵੇ ਤੇ ਸਾਡਾ ਜਵਾਈ ਧੀ ਦੇ ਹੁਕਮ 'ਚ ਰਵੇ। ਏਦਾਂ ਹੀ ਆ ਨਾ ਵੀ ਸਾਡੀ ਧੀ ਕਰੇ ਸਰਦਾਰੀ, ਜਵਾਈ ਉਹਦੀ ਹਰ ਗੱਲ ਮੰਨੇ। ਪਰ ਹਾਂ ਉਹੀ ਮਾਂ ਕਹਿੰਦੀ ਹੈ ਮੇਰੇ ਪੁੱਤ ਤੇ ਮੇਰੀ ਨੂੰਹ ਭਾਰੂ ਨਾ ਹੋਵੇ। ਆਖੋ ਸਤਿਨਾਮ। ਇੱਕੋ ਔਰਤ ਦੀਆਂ ਦੋ ਸੋਚਾਂ ਕਿਉਂ ਨੇ? ਔਰਤ ਦੀ ਔਰਤ ਦੁਸ਼ਮਣ ਬਣੀ ਹੋਈ ਹੈ। ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਉਹਨਾਂ ਸਮਿਆਂ ਵਿੱਚ ਮਾਤਾ ਤ੍ਰਿਪਤਾ ਇੱਕ ਮਿਸਾਲ ਸਨ, ਜਿਨ੍ਹਾਂ ਨੇ ਆਪਣੀ ਧੀ ਨੂੰ, ਨਾਨਕੀ ਨੂੰ ਪੁੱਤਰਾਂ ਤੋਂ ਵੱਧ ਕੇ ਪਾਲਿਆ ਏ। ਕਾਲ ਬਤੀਤ ਭਇਓ ਪਛਤਾਤਾ, ਕਾਲੂ ਰਤ ਲਖ ਕਰ ਜਗਦਾਤਾ। ਕਹਿੰਦੇ ਜੀ ਕਲਿਆਣ ਚੰਦ ਜੀ ਨੇ ਜਗਰਾਤੇ ਕੀਤੇ ਘਰੇ ਰੱਬ ਦੇ ਨਾਂ ਤੇ। ਸਨਾਤਨ ਧਰਮ ਸੀ। ਇੱਥੇ ਤਾਂ ਕਹਿ ਨਹੀਂ ਸਕਦੇ ਆਪਾਂ ਵੀ ਸਿੱਖ ਧਰਮ ਕਰਕੇ ਸੀ ਜੀ ਰਾਤ ਨੂੰ ਉਹਨਾਂ ਨੇ ਕੀਰਤਨ ਦਰਬਾਰ ਕੀਤਾ। ਕਿਵੇਂ ਕੀਤਾ ਬਈ? ਜਗਰਾਤਾ ਕੀਤਾ, ਖੁਸ਼ੀ ਮਨਾਈ, ਪੰਡਤਾਂ ਦੇ ਧੰਨਵਾਦ ਕੀਤੇ। ਕਹਿੰਦੇ ਸ਼ੁਕਰ ਹੈ ਪਰਮਾਤਮਾ ਨੇ ਬੱਚੇ ਦੀ ਦਾਤ ਬਖਸ਼ੀ। ਅੱਜ ਵੀ ਤੁਸੀਂ ਸਾਡੀ ਸੋਚ ਦਾ ਦਿਵਾਲਾ ਵੇਖਿਓ, ਗੁਰਦੁਆਰੇ ਬੜੇ ਲੋਕ ਆਉਣਗੇ, ਬਾਬਾ ਜੀ ਅਰਦਾਸ ਕਰੋ ਘਰੇ ਪੁੱਤਰ ਹੋਵੇ, ਧੀ ਕਿਉਂ ਨਾ ਹੋਵੇ, ਜਾਦੇ ਖਾ ਲੈਂਦੀ ਹੈ। ਹਾਂ ਜਿਹੜਾ ਗੁਰਮਤਿ ਨਾਲ ਜੁੜਿਆ ਉਹ ਕਹਿੰਦਾ ਮਹਾਰਾਜ ਬੇਨਤੀ ਅਰਦਾਸ ਕਰੋ ਸਤਿਗੁਰ ਬੱਚੇ ਦੀ ਦਾਤ ਬਖਸ਼ਣ, ਪੁੱਤਰ ਦੇਣਾ, ਧੀ ਦੇਣੀ, ਇਹ ਉਸ ਮਾਲਕ ਦੀ ਮੌਜ ਹੈ, ਇਹ ਉਹਦੀ ਦਾਤ ਹੈ, ਉਹਦੀ ਕਿਰਪਾ ਹੈ। ਪਰ ਆਪਸ਼ਨ ਚੁਣ ਕੇ ਮੰਗੋਗੇ ਤੇ ਫਿਰ ਦੁੱਖ ਹੀ ਦੇਣਗੇ, ਲੱਤਾਂ ਹੀ ਮਾਰਦੇ ਆ। ਮੰਗ ਕੇ ਲਈਆਂ ਚੀਜ਼ਾਂ ਕਿੰਨੀਆਂ ਕੁ ਸੁਖਦਾਈ ਹੁੰਦੀਆਂ ਜੀ, ਤੁਸੀਂ ਆਪ ਹੀ ਸੋਚੋ ਕਿੰਨੀਆਂ ਕੁ ਹੁੰਦੀਆਂ। ਹਾਂ ਮੰਗਣਾ ਵੀ ਹੈ ਤੇ ਪੁੱਤਰ ਦੀ ਦਾਤ ਨਾ ਮੰਗੋ, ਪਰਮਾਤਮਾ ਕੋਲੋਂ ਇਹ ਮੰਗੋ ਸਤਿਗੁਰ ਜੀ ਬੱਚੇ ਦੀ ਦਾਤ ਬਖਸ਼ੋ, ਉਹਦੀ ਆਪਣੀ ਰਜ਼ਾ ਜੋ ਵੀ ਦਏਗਾ ਸਭ ਉਹਦਾ ਹੀ ਰੂਪ ਹੈ। ਕਹਿੰਦੇ ਇੱਥੇ ਵੀ ਕਦੇ ਕਦੇ ਮੰਗਦੇ ਸੀ ਪੁੱਤਰ ਦੀ ਦਾਤ, ਪਰ ਕਲਿਆਣ ਚੰਦ ਕਹਿੰਦੇ ਸੀ ਮੈਨੂੰ ਫਰਕ ਨਹੀਂ ਹੈ, ਪੁੱਤਰ ਹੋਵੇ ਧੀ ਹੋਵੇ। ਵਧਾਈਆਂ ਦਿੱਤੀਆਂ ਗਈਆਂ, ਲੋੜਵੰਦਾਂ ਨੂੰ ਬੜਾ ਕੁਝ ਵੰਡਿਆ ਗਿਆ। ਜਿੰਨੇ ਆਮ ਸ਼ੂਦਰ ਲੋਕ ਸਨ, ਕੱਪੜਿਆਂ ਤੋਂ ਲੈ ਕੇ ਦਾਨ, ਪੈਸਾ, ਪਦਾਰਥ ਉਹਨਾਂ 'ਚ ਵਰਤਾਏ ਗਏ ਨੇ। ਓ ਪੁੱਤਰ ਤਾਸ ਮੈਂ ਜਾਈ, ਆਸ ਵਿਚਾਰ ਆਈ ਜਗ ਰਾਈ। ਕਹਿੰਦੇ ਆਪ ਪਰਮਾਤਮਾ ਪਰਮੇਸ਼ਵਰ ਜਿਨ੍ਹਾਂ ਨੇ ਧਰਤੀ ਦੇ ਨਾਲ ਇਹ ਵਚਨ ਕੀਤਾ ਸੀ ਅਸੀਂ ਇਸ ਪ੍ਰਿਥਵੀ ਤੇ ਆਵਾਂਗੇ ਕਈ ਸਾਲਾਂ ਬਾਅਦ, ਕਹਿੰਦੇ ਆਪ ਉਹ ਪਰਮੇਸ਼ਰ ਰਾਏ ਭੋਏ ਦੀ ਤਲਵੰਡੀ ਵੱਲ ਕੂਚ ਕਰਨ ਲੱਗੇ ਸਰੀਰਕ ਤੌਰ ਤੇ, ਕਿਉਂਕਿ ਬੰਦਿਆਂ ਨੂੰ ਬੰਦਾ ਬਣਾਉਣ ਲਈ, ਸਮਝਾਉਣ ਲਈ ਰੱਬ ਨੂੰ ਬੰਦਾ ਬਣ ਕੇ ਆਉਣਾ ਪੈਣਾ। ਪਹਿਲਾਂ ਬੜਿਆਂ ਨੂੰ ਭੇਜ ਕੇ ਵੇਖ ਲਿਆ, ਸੁਣਿਆ ਆਪ ਜੀ ਦੇ ਪਿਛਲੇ ਦੌਰਾਨਾਂ 'ਚ ਸਾਰਾ। ਕਹਿੰਦੇ ਉਹ ਪਰਮੇਸ਼ਰ ਆਉਣ ਦੀ ਤਿਆਰੀ ਵਿੱਚ ਸਨ। ਕਈ ਸਾਲਾਂ ਬਾਅਦ ਫਿਰ ਮਾਤਾ ਤ੍ਰਿਪਤਾ ਜੀ ਦੇ ਵਿਹੜੇ ਵਿੱਚ ਚੰਨ ਚੜ੍ਹਨ ਵਾਲਾ ਹੈ, ਰੌਸ਼ਨੀ ਹੋਣ ਵਾਲੀ ਹੈ। ਪਰਮੇਸ਼ਰ ਨੇ ਆਪ ਆਉਣਾ ਹੈ। ਕਹਿੰਦੇ ਖੁਸ਼ੀਆਂ ਪਰਿਵਾਰ ਦੇ ਵਿੱਚ ਆਪ ਮੁਹਾਰੇ ਆਉਣ ਲੱਗੀਆਂ ਨੇ। ਦੁਤੀਆ ਗਰਭ ਕੋ ਧਾਰਨ ਕੀਨਾ, ਪਤ ਬਿਤ ਧਰਮ ਜਸ ਮਨ ਲੀਨਾ। ਕਵੀ ਕਹਿੰਦੇ ਜਦੋਂ ਦੂਜਾ ਗਰਭ ਧਾਰਨ ਕੀਤਾ ਮਾਤਾ ਤ੍ਰਿਪਤਾ ਜੀ ਨੇ ਬੜੇ ਖੁਸ਼ ਸਨ। ਖੁਸ਼ ਕਿਉਂ? ਕਿਉਂਕਿ ਉਸ ਪਰਮਾਤਮਾ ਨੇ ਅਵਤਾਰ ਲੈਣਾ ਤੇ ਮਾਂ ਨੂੰ ਚਾਅ ਨਹੀਂ ਹੁੰਦਾ। ਸਾਰਾ ਦਿਨ ਬੰਦਗੀ, ਸਾਰਾ ਦਿਨ ਸਿਮਰਨ, 8-8 ਘੰਟੇ। ਅੱਜ ਵੀ ਜਿਹੜੀ ਧੀ ਗਰਭਵਤੀ ਹੈ ਨਾ, ਜੇ ਉਹ ਬੰਦਗੀ ਕਰਦੀ, ਨਾਮ ਜਪਦੀ, ਉਹਦੇ ਬੱਚੇ ਤੇ ਉਹ ਇਫੈਕਟ ਪੈਣਾ। ਤੇ ਜੇ ਉਹ ਸੀਰੀਅਲ ਵੇਖਦੀਆਂ ਨੇ ਸਮੇਂ ਦੇ ਦੌਰਾਨ
ਜਿਹੋ ਜਿਹੀਆਂ ਉਹਦੇ ਆਲੇ ਦੁਆਲੇ ਤਸਵੀਰਾਂ ਲੱਗੀਆਂ ਹੋਣਗੀਆਂ, ਜਿਹੋ ਜਿਹਾ ਸੁਣੂਗੀ, ਜਿਹੋ ਜਿਹੇ ਹਾਲਾਤਾਂ 'ਚ ਰਹੇਗੀ ਨਾ, ਸੱਚੀ ਬੱਚਾ ਉਹੋ ਜਿਹਾ ਹੀ ਜੰਮਦਾ ਹੈ। ਮਾਫ ਕਰਿਓ, ਪ੍ਰਤੱਖ ਹੈ। ਆ ਪਿੱਛੇ ਜੇ ਟਿਕਟੌਕ ਦਾ ਜ਼ਮਾਨਾ ਸੀ ਨਾ, ਕਈਆਂ ਨੇ ਨਚਾਰ ਬਣ ਜਾਣਾ ਸੀ ਜੇ ਬੰਦ ਨਾ ਹੁੰਦੀ। ਸਹੀ ਗੱਲ ਹੈ। ਇਹ ਕੌਣ ਸੀ ਜਿਨ੍ਹਾਂ ਦੀਆਂ ਮਾਵਾਂ ਰੋਜ਼ ਗੀਤ ਸੁਣਦੀਆਂ ਸੀ ਹੈਡਫੋਨ ਲਾ ਕੇ? 2-2 ਸਾਲ ਦੇ ਜੰਮੇ ਹੋਏ ਬੱਚੇ, ਨਾਮ ਨਹੀਂ ਪਤਾ, ਡਾਂਸ ਦਾ ਪਤਾ, ਖੋਸਾ ਦਾ ਨਾਮ, ਤੇ ਸਾਡੇ ਵਰਗੇ ਭੱਜ ਸ਼ੇਅਰ ਕਰਦੇ। ਕਦੇ ਜਾ ਕੇ ਜਾਪਾਨ ਵਾਲਿਆਂ ਦੇ ਬੱਚੇ ਵੇਖੋ, ਚਾਈਨਾ ਵਾਲਿਆਂ ਦੇ ਵੇਖੋ, 2-2, 3-3, 5-5 ਸਾਲ ਦੇ ਕਿੰਨੇ ਮਹਾਨ ਨੇ। ਤੇ ਅਸੀਂ ਕੀ ਸਿਖਾਇਆ? ਕੰਜਰਖਾਨਾ। ਚੱਕ ਦੇ ਸ਼ੇਰ ਹੋਏ, ਪੰਜਾਬੀ ਬੱਚਾ, ਵਾਹ ਕਮਾਲ ਭੰਗੜਾ। ਇਹ ਕੀ ਹੈ? ਆਹੀ ਕੁਝ ਰਹਿਣਾ ਹੈ। ਲਿਖਿਆ ਨਾ ਗੁਰੂ ਸਾਹਿਬ ਨੇ, ਪੁੱਤ ਜਰੂਰਾ ਧੀ ਜ਼ਰੂਰੀ, ਜੋੜੂ ਜਿਨ੍ਹਾਂ ਦਾ ਸਿਖਦਾ। ਕਹਿੰਦੇ ਭਾਈ ਜਿੰਨਾ ਭੂਤਾਂ ਦੇ ਘਰੇ, ਪ੍ਰੇਤਾਂ ਨਹੀਂ ਜੰਮਣਾ। ਖੋਸਾ ਦਾ ਨਾਮ। ਜਿਹੋ ਜੀ ਮਾਂ ਦੀ ਬਿਰਤੀ, ਉਹਦਾ ਪ੍ਰਭਾਵ ਬੱਚੇ ਤੇ ਪੈਣਾ ਹੀ ਪੈਣਾ। ਤੇ ਬਾਣੀ ਪੜ੍ਹ ਕੇ ਦੇਖ ਲਓ, ਸਮਝ ਆ ਜਾਣੀ। ਕਹਿੰਦੇ ਮਾਤਾ ਤ੍ਰਿਪਤਾ ਦੀ ਬੰਦਗੀ ਕਿੰਨੀ ਹੋਏਗੀ, ਸਿਮਰਨ ਕਿੰਨਾ ਹੋਏਗਾ, ਅਕਾਲ ਪੁਰਖ ਨੂੰ ਕਿੰਨਾ ਆਰਾਧਦੇ ਨੇ, ਕਿਉਂਕਿ ਉਹ ਸਭ ਕੁਝ ਜਾਣਦੇ ਤਾਂ ਖੇਡਾਂ ਨਹੀਂ ਨਿਰੰਕਾਰੀਆਂ। ਮਾਤਾ ਚਾਤ ਰਹਿੰਦੀ ਹੈ, ਖੁਸ਼ੀ ਰਹਿੰਦੇ ਆ, ਬੜੇ ਪਿਆਰ ਵਿੱਚ। ਘਰ ਆਇਆਂ ਨੂੰ ਵੱਧ ਤੋਂ ਵੱਧ ਦਾਨ, ਵੱਧ ਤੋਂ ਵੱਧ ਪੁੰਨ ਉਹਨਾਂ ਨੇ ਕਰਨੇ। ਤੇ ਪਤੀ ਦਾ ਕਦੇ ਬੋਲ ਨਹੀਂ ਸੀ ਮੋੜਦੇ। ਕਲਿਆਣ ਚੰਦ ਵੀ ਤਪੱਸਿਆ ਕਰਦੇ ਆ, ਬੰਦਗੀ ਕਰਦੇ ਆ। ਕਹਿੰਦੇ ਇਹ ਪਰਿਵਾਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ, ਜਿੱਥੇ ਰੱਬ ਨੇ ਆਉਣਾ ਹੋਵੇ ਖੁਸ਼ੀ ਨਹੀਂ ਹੋਊਗੀ। ਕਹਿੰਦੇ ਇੰਨਾ ਖੁਸ਼ ਸੀ ਪਰਿਵਾਰ, ਦੱਸਿਆ ਨਹੀਂ ਜਾ ਸਕਦਾ। ਮਾਤਾ ਤ੍ਰਿਪਤਾ ਨੇਤਾ ਪ੍ਰਤ ਆਪਣੀ ਭਗਤੀ ਵਧਾਉਂਦੇ ਜਾਂਦੇ ਆ, ਨਿਮਰਤਾ ਹੋਰ ਵੱਧਦੀ ਜਾਂਦੀ ਹੈ। ਜਿਉਂ ਦੁਤੀਆ ਕੋ ਬਿਰਦਤ ਚੰਦੋ, ਤੇ ਸਮ ਗਰਭ ਰੂਪ ਸੁਖ ਕੰਦੋ। ਮਾਤਾ ਜੀ ਦੇ ਚਿਹਰੇ ਦਾ ਰੰਗ ਲਾਲ ਹੁੰਦਾ ਜਾਂਦਾ ਹੈ। ਭਗਤੀ ਦਾ ਸਰੂਰ ਇੰਨਾ ਹੋ ਗਿਆ, ਕਵੀ ਕਹਿੰਦੇ ਜਿਵੇਂ ਦੂਜ ਦਾ ਚੰਦਰਮਾ ਵੱਧਦਾ ਵਧੀ ਜਾਂਦਾ ਨਾ, ਮਾਤਾ ਤ੍ਰਿਪਤਾ ਦੇ ਚਿਹਰੇ ਦਾ ਪ੍ਰਭਾਵ ਏਦਾਂ ਵੱਧਦਾ ਹੈ। ਮਾਲਕ ਨੇ ਆਉਣਾ ਇਸ ਧਰਤੀ ਤੇ, ਵਿਹੜੇ ਵਿੱਚ ਮਹਿਕਾਂ ਆਉਂਦੀਆਂ ਨੇ, ਖੁਸ਼ਬੂ ਆਉਂਦੀ ਹੈ, ਜਿਵੇਂ ਫੁੱਲ ਉੱਗੇ ਹੋਣ। ਕਹਿੰਦੇ ਹੱਸ ਕੇ ਹਰ ਇੱਕ ਨੂੰ ਮਿਲਦੇ ਨੇ, ਸਭ ਦਾ ਸਤਿਕਾਰ ਕਰਦੇ ਆ, ਹਰ ਵੇਲੇ ਬੁੱਲ ਫਰਕਦੇ ਰਹਿੰਦੇ ਆ, ਪਤਾ ਨਹੀਂ ਕੀ ਬੋਲਦੇ ਆ, ਕਿਹਨੂੰ ਚੇਤੇ ਕਰਦੇ। ਉਸ ਪਰਮਾਤਮਾ ਦਾ ਨਾਮ ਇੰਨਾ ਜਪਦੇ ਸੀ। ਕਹਿੰਦੇ ਸ਼ਿਵਰਾਮ ਬਜ਼ੁਰਗ ਹੋ ਗਏ ਆ, ਵਿਹੜੇ ਵਿੱਚ ਬੈਠੇ ਆ, ਉਹ ਵੇਖਦੇ ਰਹਿੰਦੇ ਆ ਵੀ ਸਾਡੀ ਇਹ ਧੀ ਦੀ ਭਗਤੀ ਬਹੁਤ ਹੈ। ਉਹਨਾਂ ਬੜਿਆਂ ਕੋਲ ਕਹਿਣਾ ਧੀ ਕਾਹਦੀ ਦੇਵੀ ਹੈ ਜੀ, ਇਹ ਤੇ ਬੋਲਦੀ ਹੋਈ ਕਿਸੇ ਨਾਲ, ਹਰ ਵੇਲੇ ਰੱਬ ਦਾ ਨਾਮ ਜਪਦੀ ਰਹਿੰਦੀ ਹੈ। ਪਰ ਮਾਤਾ ਤ੍ਰਿਪਤਾ ਕਿਹੜੇ ਆਨੰਦ ਵਿੱਚ ਹੋਣਗੇ, ਜਿਨ੍ਹਾਂ ਦੀ ਕੁੱਖ ਤੋਂ ਰੱਬ ਨੇ ਅਵਤਾਰ ਲੈਣਾ ਏ। ਜਦਪ ਭੂਖਣ ਸਕਲ ਉਤਾਰੇ, ਤਦਪ ਸੁੰਦਰਤਾ ਅਧਿਕ ਉਜਾਰੀ। ਭਾਈ ਬਾਲਾ ਜੀ ਸੁਣਾ ਰਹੇ ਨੇ, ਕਹਿੰਦੇ ਮਾਤਾ ਤ੍ਰਿਪਤਾ ਜੀ ਨੇ ਮੱਥੇ ਦਾ ਟਿੱਕਾ ਲਾਤਾ, ਨੱਕ ਦਾ ਕੋਕਾ, ਕੰਨਾਂ ਦੀਆਂ ਵਾਲੀਆਂ ਉਤਾਰ ਦਿੱਤੀਆਂ, ਪੈਰਾਂ ਦੀਆਂ ਪੰਜੇਬਾਂ। ਇੱਕ ਦਿਨ ਕਾਲੂ ਜੀ ਪੁੱਛਦੇ, ਕਹਿੰਦੇ ਭਗਵਾਨ ਨੇ ਕਿਉਂ ਲਾਈਆਂ? ਕਹਿੰਦੇ ਹੁਣ ਮੈਨੂੰ ਕੁਛ ਚੰਗਾ ਨਹੀਂ ਲੱਗਦਾ। ਇਹ ਕੀ ਹੈ? ਭਗਤੀ ਦੀ ਨਿਸ਼ਾਨੀ ਹੈ। ਜਿਸ ਦਿਨ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਣ ਲੱਗੀ ਨਾ, ਤੁਹਾਡਾ ਪਹਿਰਾਵਾ ਬਦਲ ਜਾਏਗਾ, ਤੁਹਾਡੇ ਵਿਚਾਰ ਬਦਲਣ ਲੱਗ ਜਾਣਗੇ। ਤੁਹਾਡੇ ਵਿਚਾਰ ਦੱਸਦੇ ਆ ਤੁਹਾਡਾ ਪਹਿਰਾਵਾ ਕੀ ਹੈ, ਤੁਹਾਡਾ ਪਹਿਰਾਵਾ ਤੁਹਾਡੇ ਵਿਚਾਰ ਦੱਸੇਗਾ। ਹੁਣ ਜਿਹੋ ਜਿਹੇ ਬੰਦੇ ਦੀ ਬਿਰਤੀ ਹੋਊਗੀ, ਉਹਦੇ ਕੱਪੜਿਆਂ ਦੀ ਸੈਂਸ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਕਾਮੀ ਹੈ, ਕਿੰਨਾ ਕੁ ਕ੍ਰੋਧੀ ਹੈ ਤੇ ਕਿੰਨਾ ਕੁ ਲੋਭੀ ਹੈ। ਉਹਦੀ ਬੋਲ ਚਾਲ ਤੋਂ ਪਤਾ ਲੱਗਦਾ ਹੈ। ਮਾਤਾ ਤ੍ਰਿਪਤਾ ਜੀ ਨੇ ਗਹਿਣੇ ਉਤਾਰ ਦਿੱਤੇ। ਉਹਨਾਂ ਸਮਿਆਂ 'ਚ ਗਹਿਣੇ ਉਤਾਰਨਾ ਲੋਕ ਚੰਗਾ ਨਹੀਂ ਸੀ ਸਮਝਦੇ, ਇਹ ਅਨਪੜ੍ਹਤਾ ਦੀਆਂ ਨਿਸ਼ਾਨੀਆਂ ਸੀ। ਵੀ ਔਰਤ ਨੂੰ ਗੁਲਾਮ ਮੰਨਿਆ ਜਾਂਦਾ ਸੀ, ਨੱਕ 'ਚ ਕੋਕਾ ਪਾ ਕੇ ਰੱਖੇ, ਗੁਲਾਮੀ ਸੀ। ਜਿਵੇਂ ਬਲਦ ਦੇ ਨੱਕ 'ਚ ਨਕੇਲ ਹੁੰਦੀ ਹੈ ਨਾ, ਗੁਲਾਮੀ ਉਸੇ ਤਰ੍ਹਾਂ। ਪਰ ਮਾਤਾ ਤ੍ਰਿਪਤਾ ਜੀ ਨੂੰ ਅਹਿਸਾਸ ਹੋਇਆ, ਕਹਿੰਦੇ ਮੈਂ ਗਹਿਣਿਆਂ ਤੋਂ ਕੀ ਲੈਣਾ, ਸ਼ੁਭ ਗੁਣਾਂ ਦੇ ਗਹਿਣੇ ਉਹਨਾਂ ਦੇ ਕੋਲੇ ਆ। ਕਹਿੰਦੇ ਉਹ ਗਹਿਣੇ ਲਾ ਕੇ ਉਹਨਾਂ ਨੇ ਦਾਨ ਕਰਤੇ। ਮਾਤਾ ਤ੍ਰਿਪਤਾ ਜੀ ਨੇ, ਪਤੀ ਨੇ ਗੁੱਸਾ ਨਹੀਂ ਕੀਤਾ, ਬੜੇ ਖੁਸ਼ ਹੋਏ ਉਹ। ਕਹਿੰਦੇ ਵਾਹ, ਬੜੀ ਰੱਬ ਦੀ ਕਿਰਪਾ ਹੋ ਗਈ ਭਾਈ। ਕਹਿੰਦੇ ਮੈਨੂੰ ਇਹ ਚੰਗੇ ਨਹੀਂ ਲੱਗਦੇ। ਭਾਈ ਬਾਲਾ ਜੀ ਕਹਿੰਦੇ ਮਾਤਾ ਜੀ ਤੇ ਉਹ ਸੁਹੱਪਣ ਆ ਗਿਆ ਪ੍ਰਮਾਤਮਾ ਦੇ ਨਾਮ ਦਾ, ਜਦ ਤੋਂ ਗਹਿਣੇ ਲਾਏ ਕਹਿੰਦੇ ਹੋਰ ਖੂਬਸੂਰਤ ਹੋ ਗਏ, ਹੋਰ ਸੋਹਣੇ ਹੋ ਗਏ। ਰੱਬ ਦਾ ਰੂਪ ਹਰ ਬੰਦੇ ਨੇ ਵਿਗਾੜਿਆ, ਭਾਵੇਂ ਮਰਦ ਹੈ ਭਾਵੇਂ ਔਰਤ ਹੈ। ਜਿੰਨਾ ਸੋਹਣਾ ਉਹਨੇ ਬਣਾਇਆ ਨਾ, ਉਹਦੀ ਸੁਹੱਪਣਤਾ ਨੂੰ ਬੰਦੇ ਨੇ ਕਲੰਕੀ ਲਾਇਆ ਸੋਹਣਾ ਬਣਨ ਵਾਸਤੇ। ਆਰਟੀਫਿਸ਼ਲ ਚਿਹਰੇ ਆ ਲੋਕਾਂ ਦੇ, ਜਿਹੋ ਜਿਹੇ ਚਿਹਰੇ ਆ ਉਹੋ ਜਿਹੇ ਚਿਹਰਿਆਂ ਦੇ ਨਕਾਬ ਨੇ। ਜਿੰਨਾ ਬੰਦਾ ਸੋਹਣਾ ਲੱਗਦਾ ਉਹਨਾਂ ਦਿਲ ਦਾ ਕਾਲਾ ਹੈ।
पर जिहड़ा जैनुअन होएगा ना वो बंदे की कदे गलबात भी उठ के वेखियो जैनुअन गल्लां करेगा, सादगी दी सिंपलिसिटी दी गल्लां होणगी। बहुता लालच नहीं होगा। जिन्ना बंदा पहरावा पाएगा ਉਹਦਾ प्रभाव ਉਹਦੇ ਤੇ ਪੈਂਦਾ, मन उन्ना वकारी होएगा। ਇਹ ਤੇ ਬਾਣੀ पढ़ के वेखो राग श्री राग च महाराज ने क्या होया, जित पैते तन पीड़ी है मन में चले विकार। ਕਹਿੰਦੇ ਜਿਹਨੂੰ ਪਹਿਨ ਕੇ ਵਿਕਾਰ ਚੱਲਦੇ ਆ ਨਾ ਭਾਈ, ਸਰੀਰ ਪੀੜਿਆ ਜਾਂਦਾ ਹੈ। ਜਮਾਂ ਕੋਲ ਵੀ ਤੇ ਇੱਥੇ ਵੀ ਉਹ ਪਹਿਨਣਾ ਹੀ ਨਹੀਂ ਚਾਹੀਦਾ। ਜਿੱਤ ਖਾਦੇ ਤਨ ਪੀੜੀ ਹੈ, ਜਿਹਨੂੰ ਖਾ ਕੇ ਵੀ ਮਨ ਚ ਵਿਕਾਰ ਚੱਲਦੇ ਉਹ ਖਾਣਾ ਵੀ ਨਹੀਂ ਚਾਹੀਦਾ। ਖਾਣ ਤੇ ਪਹਿਨਣ ਦਾ ਅਸਰ ਹੈ। ਕਹਿੰਦੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਗਹਿਣੇ ਲਾ ਕੇ ਪਿਓਰ ਸੋਨਾ ਸੀ ਉਹ ਗਰੀਬਾਂ ਵਿੱਚ ਦਾਨ ਕੀਤੇ। ਐਡਾ ਦਾਨੀ ਸੁਭਾਅ ਹੋ ਗਿਆ। ਕਾਲੋ ਤੇ ਬੈਸੇ ਜਿਸ ਅੰਦਰ ਅਤ ਸੋਭਾ ਸੋ ਲਗੇ ਸੋ ਸੁੰਦਰ। ਕਹਿੰਦੇ ਜਿਉਂ-ਜਿਉਂ ਸਮਾਂ ਬਤੀਤ ਹੋਇਆ 2 ਮਹੀਨੇ ਦੇ ਗਰਭ ਕਾਲ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਕਦੇ ਵਿਹੜੇ 'ਚ ਨਹੀਂ ਸੀ ਆਉਂਦੇ, ਕਮਰੇ 'ਚ ਰਹਿੰਦੇ ਆ, ਬੰਦਸ਼ ਕੋਈ ਨਹੀਂ ਉਹਨਾਂ। ਕਹਿੰਦੇ ਜਿਸ ਕਮਰੇ 'ਚ ਬਹਿੰਦੇ ਆ ਉੱਥੇ ਬਹੁਤ ਵੱਡੀ ਇੱਕ ਤਾਕੀ ਲੱਗੀ ਹੋਈ ਵਿੰਡੋ। ਉਸ ਵਿੰਡੋ 'ਚ ਰੋਜ਼ ਬਾਹਰ ਵੇਖਦੇ ਰਹਿੰਦੇ ਆ। ਉਹ ਜਾਣਦੇ ਆ ਵੀ ਕਿਹਨੇ ਆਉਣਾ ਹੈ, ਨਿਰੰਕਾਰ ਨੇ ਆਉਣਾ ਹੈ। ਕਹਿੰਦੇ ਬੜੇ ਖੁਸ਼ ਰਹਿੰਦੇ ਆ, ਬੜੇ ਪਿਆਰ 'ਚ ਰਹਿੰਦੇ ਆ। ਦਾਸੀਆਂ ਨੇ ਆਉਣਾ, ਸੇਵਕਾਂ ਨੇ, ਗੋਲੀਆਂ ਨੇ, ਉਹਨਾਂ ਬੈਠੇ ਰਹਿਣਾ ਮਾਤਾ ਜੀ ਕੋਲ, ਪਿਆਰ ਦੇ ਬਚਨ ਕਰਦੇ ਰਹਿਣਾ। ਕਹਿੰਦੇ ਬੜੇ ਹਸਮੁਖ, ਜਾਂਦਿਆਂ ਨੂੰ ਰੋਜ਼ ਕਿਸੇ ਨੂੰ ਕੁਛ ਦੇ ਦੇਣਾ, ਕਿਸੇ ਨੂੰ ਕੁਛ ਦੇ ਦੇਣਾ, ਐਡੇ ਦਾ ਨਹੀਂ। ਤੇ ਕਲਿਆਣ ਚੰਦ ਜੀ ਨੇ ਆਉਣਾ, ਅੰਦਰ ਬਹਿ ਜਾਣਾ, 10-20 ਮਿੰਟ ਬੈਠਣਾ, ਹੱਸ ਖੇਡ ਕੇ ਬਾਹਰ ਚਲੇ ਆਉਣਾ। ਪਰ ਕਹਿੰਦੇ ਹਰ ਵੇਲੇ ਮਨ 'ਚ ਭਗਤੀ ਚੱਲਦੀ, ਚੌਂਕੜਾ ਮਾਰ ਕੇ ਬੈਠੇ ਰਹਿੰਦੇ ਮਾਤਾ ਤ੍ਰਿਪਤਾ ਜੀ। ਹੁਣ ਇਸ ਖਬਰ ਦਾ ਸਾਰੇ ਪਿੰਡ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰੇ ਬੱਚੇ ਦਾ ਜਨਮ ਹੋਣਾ ਹੈ। ਕਿਉਂਕਿ ਸਾਰਾ ਪਿੰਡ ਹੀ ਤੇ ਰਿਸ਼ਤੇਦਾਰੀ ਤੋਂ ਵੱਧ ਹੁੰਦਾ ਹੈ ਕਿ ਪਿੰਡਾਂ ਦੇ ਮਾਹੌਲ ਭੈਣਾਂ ਭਰਾਵਾਂ ਵਾਲੇ ਸੀ, ਲੋਕਾਂ 'ਚ ਖੁਸ਼ੀ ਬੜੀ ਹੁੰਦੀ ਸੀ। ਕਹਿੰਦੀ ਉਹ ਸਮਾਂ ਨੇੜੇ ਆਉਂਦਾ ਗਿਆ। ਮਾਤਾ ਤ੍ਰਿਪਤਾ ਜੀ ਬਜ਼ੁਰਗਾਂ ਦੇ ਕੋਲੋਂ, ਬਜ਼ੁਰਗ ਔਰਤਾਂ ਦੇ ਕੋਲੋਂ ਪੁਰਾਤਨ ਸਾਖੀਆਂ ਸੁਣਦੇ ਆ। ਕਿਸੇ ਨੇ ਭੀਮ ਸੈਨ ਦੀ ਸੁਣਾਈ, ਕਿਸੇ ਨੇ ਕੋਈ ਸੁਣਾਈ। ਹੁਣ ਜਿਹੋ ਜਿਹਾ ਇਤਿਹਾਸ ਸੀ ਉਹੀ ਸੁਣਨਾ, ਪੁਰਾਤਨ ਚੀਜ਼ਾਂ, ਧਰਮ ਦੀਆਂ ਚੀਜ਼ਾਂ ਸੁਣਦੇ ਰਹਿਣਾ। ਧਾਰਮਿਕ ਵਿਦਿਆ ਉਹਦਾ ਗਿਆਨ ਹਾਸਲ ਕਰਦੇ ਨੇ। ਹੁਣ ਸੰਦੇ ਕਰ ਜਿਨ ਕੋ ਕੋਟ ਬ੍ਰਹਮੰਡ ਸੋਭਦਾ ਜੋ। ਕਹਿੰਦੇ ਆਉਣਾ ਕਿਹਨੇ ਸੀ ਇਸ ਘਰ ਦੇ ਵਿੱਚ? ਕੋਟ ਬ੍ਰਹਮੰਡ ਕੋ ਠਾਕੁਰ स्वामी ਸਰਬ ਜੀਆਂ का ਦਾਤਾਰੇ। ਆਪ ਨਿਰੰਕਾਰ ਪਰਮਾਤਮਾ ਜਿਸ ਕੁੱਖੋਂ ਜਨਮ ਲੈਣਗੇ ਉਹ ਕੁੱਖ ਕਿੱਡੇ ਭਾਗਾਂ ਵਾਲੀ। ਧੰਨ ਉਹ ਮਾਂ ਤ੍ਰਿਪਤਾ ਹੋਣੀ ਤੇ ਧੰਨ ਉਹ ਵਿਹੜਾ ਹੋਣਾ ਜਿੱਥੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਲੈਣ ਲੱਗੇ ਆ। ਕਹਿੰਦੇ ਜੀ ਅਵਤਾਰ ਦੀਆਂ ਤਿਆਰੀਆਂ ਨੇ, ਜਨਮ ਦੀਆਂ, ਸੰਸਾਰੀ ਬੋਲੀ ਵਿੱਚ 1-1.5 ਮਹੀਨੇ ਬਾਅਦ ਕਹਿੰਦੇ ਅਵਤਾਰ ਹੋ ਜਾਣਾ ਹੈ। ਭਾਵ ਪਿੰਡ ਦੇ ਹਿਸਾਬ ਨਾਲ, ਉਸ ਸਮੇਂ ਦੀਆਂ ਦਾਈਆਂ ਦੇ ਹਿਸਾਬ ਨਾਲ ਬੱਚੇ ਦਾ ਜਨਮ ਹੋਣਾ ਹੈ। ਕੁਛ ਦਿਨਾਂ ਦੀ ਖੇਡ ਹੈ। ਪਰ ਕਹਿੰਦੇ ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਹੈ, ਪ੍ਰਸੂਤਾ ਮਾਤਾ ਤ੍ਰਿਪਤਾ ਜੀ ਦੇ ਚਿਹਰੇ ਦਾ ਜਿਹੜਾ ਨੂਰ ਹੈ ਅਲੱਗ ਹੋ ਗਿਆ। ਸਾਰੇ ਚੁਬਾਰਿਆਂ 'ਚੋਂ, ਵਿਹੜਿਆਂ 'ਚੋਂ ਮਹਿਕਾਂ ਆਉਂਦੀਆਂ ਜਿਵੇਂ ਚੰਦਨ ਖਿਲਾਰਿਆ ਹੁੰਦਾ, ਪਰ ਸਮਝ ਨਹੀਂ ਆਉਂਦੀ। ਕਈ ਵਾਰ ਭੁਲੇਖੇ ਪੈਂਦੇ ਆ, ਰਾਤ ਨੂੰ ਜਾਗਦੇ ਆ ਵੀ ਵਿਹੜੇ ਵਿੱਚ ਕੋਈ ਆਇਆ ਤੇ ਕੋਈ ਗਿਆ। ਨੈਗੇਟਿਵ ਨਹੀਂ। ਜਿੱਥੇ ਗੁਰੂ ਨਾਨਕ ਸਾਹਿਬ ਨੇ ਆਉਣਾ ਉੱਥੇ ਕਿੰਨੇ ਕਰੋੜਾਂ ਦੇਵੀ ਦੇਵਤੇ ਨਮਸਕਾਰਾਂ ਕਰਦੇ ਹੋਣਗੇ, ਕਿੰਨੇ ਆ ਕੇ ਮੱਥਾ ਟੇਕਦੇ ਹੋਣਗੇ, ਕਿੰਨੇ ਆ ਕੇ ਪਹਿਰੇ ਦਿੰਦੇ ਹੋਣੇ। ਉਹ ਰੱਬ ਸ੍ਰਿਸ਼ਟੀ ਦੇ ਮਾਲਕ ਨੇ ਆਉਣਾ, ਖੇਡ ਹੈ ਕੋਈ। ਕਹਿੰਦੇ ਮਾਤਾ ਜੀ ਨੂੰ ਝਲਕਾਰੇ ਪੈਂਦੇ, ਦੀਦਾਰ ਹੁੰਦੇ ਆ ਉਹਨਾਂ ਭਗਤੀ ਵਾਲੀਆਂ ਰੂਹਾਂ ਦੇ, ਜੋ ਆ ਕੇ ਵਿਹੜੇ ਵਿੱਚ, ਦਰਵਾਜ਼ੇ ਤੇ, ਦਹਲੀਜ਼ ਤੇ ਹਰ ਵੇਲੇ ਮੱਥਾ ਟੇਕਦੇ ਨੇ। ਇਹ ਨਿਵਾਸ ਕੀਨੋ ਜਿਹੇ ਠਾਈ ਕਿਉਂ ਨਾ ਹੋਏ ਤੇ ਸੋਹਬ ਸਵਾਈ। ਕਵੀ ਕਹਿੰਦੇ ਜਿਸ ਗਰਭ ਕਾਲ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਧਾਰਨ ਲੱਗੇ ਆ, ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਨਾ ਜੀ, ਉਹਨਾਂ ਦੇ ਪ੍ਰਥਾਏ ਜਦੋਂ ਪੜੋਗੇ ਨਾ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦੇ। ਦੁਨੀਆ ਦਾ ਹਰ ਬੰਦਾ ਪਸ਼ੂ ਹੈ, ਪੰਛੀ ਆ, 9 ਮਹੀਨੇ ਮਾਤਾ ਦੇ ਪੇਟ ਵਿੱਚ ਉਲਟਾ ਲਟਕਦਾ। ਫਿਰ ਕੀ ਰੱਬ ਦੇ ਪਿਆਰੇ 9 ਮਹੀਨੇ ਪੇਟ 'ਚ ਰਹਿੰਦੇ ਆ? ਜਿਸ ਵੇਲੇ ਸਰੀਰ ਦਾ ਅਵਤਾਰ ਹੁੰਦਾ ਹੈ, ਕੁਝ ਸਮਾਂ ਪਹਿਲਾਂ ਪ੍ਰਵੇਸ਼ ਕਰ ਜਾਂਦੇ ਆ। ਸੁਣਿਆ ਏਦਾਂ ਮਹਾਂਪੁਰਖਾਂ ਦੇ ਕੋਲ ਜਦ ਅਵਤਾਰ ਹੁੰਦਾ ਨਾ, ਕਿਉਂਕਿ ਉਹ ਗਰਭ ਕਾਲ ਤੋਂ ਬਾਹਰ ਨੇ, ਇਸ ਅਵਸਥਾ ਤੋਂ ਬਾਹਰ ਨੇ, ਉਹ ਤੇ ਆਪ ਪਰਮੇਸ਼ਰ ਨੇ। ਹੁਣ ਜਦੋਂ ਸਤਿਗੁਰਾਂ ਦੇ ਆਉਣ ਦਾ ਸਮਾਂ ਹੋਇਆ, ਕਹਿੰਦੇ ਰਾਏ ਭੋਏ ਦੀ ਤਲਵੰਡੀ ਵਿੱਚ ਦੇਵੀ ਦੇਵਤੇ ਰੂਪ ਧਾਰਨ ਕਰਕੇ ਆਮ ਲੋਕਾਂ ਵਾਂਗੂ ਰਹਿੰਦੇ ਆ। ਇੰਨੀ ਖੁਸ਼ੀ ਸੀ।
भाई बाला जी उस वेले का समा सुना रहे ने कि गुरु साहब के आने वेले किहो जे हालात सन ते किड्डे वड्डे भाग होणगे उन्हां लोकां दे जिन्हां ने महाराज दे दर्शन कीते होणे। आखिरकार वो दिन आ गया, वो समा आ गया जिस दिन गुरु नानक पातशाह ने अवतार लेने। कल्याण चंद जी ने परिवार ने उस वेले दाइयां दे कोल आवाज़ भेजी है। उन्हां समयां च हॉस्पिटल नहीं सी, स्टाफा नहीं सी, नर्सा नहीं सी, केवल दाइयां सी घर जाके बच्चे का जन्म करवाउंदियां सी ते लोग तंदुरुस्त हुंदे सी। वो हुण ते मैडिकल लाइन दे विच एडी लुੱਟਮਾਰ है, मैं कहना रब ही रखा जी। उन्होंने पता है भी जे नॉर्मल डिलीवरी होएगी तो मिलना कुछ नहीं, जे सजेरियन करांगे घट तो घट लाख 1.5 लाख तो जेब च आऊ। चंगे भलियां दी जिंदगी अज राक्षस रूप डॉक्टर विगाड़ रहे ने। सारे राक्षस नहीं, जिन्हों ने इस चीज़ को धंधा बनाया। अज ये हालात ने, इधर कोई ध्यान नहीं दिंदा इन्हां चीज़ों वाले पासे, पर यह साडे समाज की बहुत वड्डी गिरावट है, बहुत बड़ा मैडिकल माफिया है। जे कोई ये विरुद्ध भी बोलता तो औखा हो जाता है। पर उन्हां समयां दे विच दाइयां दी प्रथा सी, समाज इहो जिहा सी। कहंदे दाइयां नूं सदा दिता गया, दाइयां पहुंचियां ने। वो दिन आया, शाम का वेला है, माता जी बड़े आनंद विच बड़ी बंदगी च बैठे आ, हर वेले रसना तो रब का नाम राम 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 जपदे आ। कहंदे परिवार का माहौल बड़ा सुखावा सी, खुशियां लगदा है घरे धी या पुत्र का जन्म होना, खुशी बड़ी सी। हुण समा समाप्त है, जो कुछ भी जिमें भी अगले प्रसंग आउणगे महाराज की कृपा नाल कल दे दीवाना विच सरवण करके आनंद प्राप्त करांगे। वाहिगुरु 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 वाहिगुरु।